ਅੱਜ ਆਪਾਂ ਜਮਾਤ 8ਵੀਂ ਦੇ ਪਹਿਲੇ ਪਾਠ ਪਰਮੇਯ ਸੰਖਿਆਵਾਂ ਦਾ ਦੂਸਰਾ ਅਭਿਆਸ ਕਰਨ ਜਾ ਰਹੇ ਹਾਂ 1.2। ਇਸ ਅਭਿਆਸ ਵਿੱਚ ਜ਼ਿਆਦਾਤਰ ਆਪਾਂ ਨੂੰ ਪਰਮੇਯ ਸੰਖਿਆਵਾਂ ਦੀ ਘਟਾਓ ਕਰਨ ਦੇ ਲਈ ਹੀ ਕਿਹਾ ਜਾਊਗਾ। ਕੁਐਸਚਨ ਪਹਿਲੇ ਦੇ ਵਿੱਚ ਵੀ ਘਟਾਓ ਕਰਨ ਲਈ ਕਿਹਾ ਗਿਆ ਹੈਗਾ। ਇਹਦਾ ਪਹਿਲਾ ਜੋ ਸਮ ਹੈ ਉਹ ਆਪਾਂ ਕਰਕੇ ਦੇਖ ਲੈਂਦੇ ਹਾਂ। 4/5 ਦੇ ਵਿੱਚੋਂ 2/5 ਘਟਾਉਣ ਦੇ ਲਈ ਕਿਹਾ ਗਿਆ ਹੈਗਾ। ਇੱਥੇ ਵੀ ਆਪਾਂ LCM ਮੈਥਡ ਹੀ ਵਰਤਾਂਗੇ ਤੇ ਕਿਉਂਕਿ ਹੇਠਾਂ ਵਾਲੇ ਪੋਰਸ਼ਨ ਦੇ ਵਿੱਚ 5 ਹੀ ਆ ਰਿਹਾ ਹੈਗਾ ਤਾਂ ਜੋ ਇਹਨਾਂ ਦਾ ਸਾਂਝਾ LCM ਬਣ ਜਾਊਗਾ ਉਹ ਬਣ ਜਾਊਗਾ 5 ਹੀ ਤੇ ਉੱਪਰ ਵਾਲੇ ਜੋ ਅੰਕ ਨੇ ਉਹ ਵੀ ਇਸੇ ਤਰ੍ਹਾਂ ਨਾਲ ਇੱਥੇ ਆ ਜਾਣਗੇ ਤਾਂ 4 ਵੀ ਉਸ ਤਰ੍ਹਾਂ ਨਾਲ ਹੀ ਆ ਜਾਊਗਾ, ਉਹਨਾਂ ਦੇ ਵਿਚਾਲੇ ਵਾਲੀ ਮਾਈਨਸ ਵੀ ਆ ਜਾਊ ਤੇ 2 ਵੀ ਆ ਜਾਊਗਾ। ਅਗਲੇ ਸਟੈਪ ਦੇ ਵਿੱਚ 4 ਦੇ ਵਿੱਚੋਂ 2 ਨੂੰ ਮਾਈਨਸ ਕਰ ਦੇਣਾ ਆਪਾਂ ਤੇ ਆਪਣਾ ਆਨਸਰ ਬਣ ਜਾਊਗਾ 2 ਤੇ ਜੋ 5 ਹੈ ਇਹ ਵੀ ਇਸ ਦੇ ਵਟੇ ਆ ਜਾਊਗਾ ਐਜ਼ ਇਟ ਇਜ਼। ਤਾਂ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਹੋ ਜਾਊਗਾ 2/5। ਕੁਐਸਚਨ ਦੂਸਰਾ ਹੱਲ ਕਰ ਲੈਨੇ ਹੁਣ ਆਪਾਂ। 4/7 ਦੇ ਵਿੱਚੋਂ ਘਟਾਉਣਾ ਹੈ -3/7 ਨੂੰ। ਤਾਂ ਪਹਿਲਾ ਕੰਮ ਹੋਊ ਆਪਣਾ ਇਸ ਬ੍ਰੈਕਟ ਨੂੰ ਖੋਲਣ ਦਾ। ਤਾਂ ਇਹ ਚੀਜ਼ ਆਪਾਂ 1.1 ਦੇ ਵਿੱਚ ਵੀ ਕੀਤੀ ਸੀ ਕਿ ਜਦੋਂ ਹੀ ਕੋਈ ਇਸ ਤਰ੍ਹਾਂ ਦੀ ਬ੍ਰੈਕਟ ਖੁੱਲਦੀ ਹੈ ਜਿਹਦੇ ਅੰਦਰ ਵੀ ਮਾਈਨਸ ਹੋਵੇ ਤੇ ਬਾਹਰ ਵੀ ਮਾਈਨਸ ਹੋਵੇ ਤਾਂ ਮਾਈਨਸ ਪਲੱਸ ਹੋ ਜਾਂਦਾ ਹੈ। ਤੁਹਾਡੇ ਕੋਲ ਬਣ ਜਾਊਗਾ 4/7 + 3/7। ਇਸ ਤੋਂ ਅੱਗੇ ਹੁਣ ਤੁਸੀਂ ਇਹਦੇ ਵਿੱਚ LCM ਮੈਥਡ ਲਗਾ ਸਕਦੇ ਹੋ ਕਿਉਂਕਿ ਇੱਥੇ ਵੀ ਦੇਖੋ 7 ਆ ਰਿਹਾ ਤੇ ਇੱਥੇ ਵੀ 7 ਆ ਰਿਹਾ ਹੈ ਤਾਂ ਸਾਂਝਾ LCM ਤਾਂ 7 ਹੀ ਹੋ ਜਾਏਗਾ। ਉੱਪਰ ਵਾਲੇ ਦੋਨੇ ਨੰਬਰ ਹੈ ਜੋ ਉਹ ਵੀ ਸਿੰਪਲੀ ਆ ਜਾਣਗੇ। ਵਿਚਾਲੇ ਪਲੱਸ ਆ ਰਿਹਾ ਸੀ ਤਾਂ ਇੱਥੇ ਵੀ ਵਿਚਾਲੇ ਪਲੱਸ ਆ ਜਾਊਗਾ। ਜੋੜਨ ਤੋਂ ਬਾਅਦ ਅਗਰ ਆਪਾਂ ਦੇਖੀਏ ਤਾਂ 4 ਤੇ 3 7 ਆ ਜਾਊਗਾ ਤੇ ਵਟੇ ਪਹਿਲਾਂ ਹੀ 7 ਸੀ ਤੇ 7/7 ਨੂੰ ਜੋ ਤੁਸੀਂ ਕੱਟੋਗੇ ਤਾਂ ਤੁਹਾਡਾ ਆਨਸਰ ਬਣ ਜਾਏਗਾ 1। ਤਾਂ ਤੁਹਾਡੇ ਦੂਸਰੇ ਕੁਐਸਚਨ ਦਾ ਆਨਸਰ ਆ ਰਿਹਾ ਹੈਗਾ 1। ਇਸ ਤੋਂ ਬਾਅਦ ਕੁਐਸਚਨ ਤੀਸਰਾ ਕਰ ਲੈਂਦੇ ਆਪਾਂ। 3/4 ਵਿੱਚੋਂ -5/8 ਨੂੰ ਘਟਾਉਣ ਦਾ ਕੰਮ ਦਿੱਤਾ ਹੋਇਆ ਹੈਗਾ। ਇੱਥੇ ਦੁਬਾਰਾ ਤੋਂ ਫਿਰ ਆਪਾਂ ਨੂੰ ਇਹ ਵਾਲੀ ਜੋ ਬ੍ਰੈਕਟ ਹੈ ਇਹਨੂੰ ਪਹਿਲਾਂ ਖੋਲਣਾ ਪਊਗਾ ਤੇ ਇਹਨੂੰ ਪਹਿਲਾਂ ਚਲੋ ਖੋਲ ਲੈਂਦੇ ਆ। ਇੱਥੇ ਅੰਦਰ ਵੀ ਮਾਈਨਸ ਹੈ ਤੇ ਬਾਹਰ ਵੀ ਮਾਈਨਸ ਹੈ ਤੇ ਬ੍ਰੈਕਟ ਖੁੱਲਣ ਤੋਂ ਬਾਅਦ ਇਹ ਪਲੱਸ ਬਣ ਜੂ। ਤਾਂ ਤੁਹਾਡੇ ਕੋਲ ਆ ਜਾਊਗਾ 3/4 + 5/8। ਇੱਥੇ ਤੁਹਾਡੇ ਕੋਲ 4 ਤੇ 8 ਇਹਨਾਂ ਦੋਨਾਂ ਦਾ LCM ਆਪਾਂ ਨੂੰ ਲੈਣਾ ਪਊਗਾ। ਇਹਨੂੰ 2 ਦੇ ਪਹਾੜੇ ਤੇ ਲੈ ਕੇ ਗਏ ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਆ ਜਾਊਗਾ ਇੱਥੇ 2 ਦੂਣੀ 4 ਤੇ 4 ਦੂਣੀ 8। ਫਿਰ ਤੋਂ ਆਪਾਂ ਨੂੰ 2 ਦੇ ਪਹਾੜੇ ਤੇ ਲੈ ਕੇ ਗਏ ਤਾਂ ਤੁਹਾਡੇ ਕੋਲ ਆ ਜਾਊਗਾ ਇੱਥੇ 1 ਤੇ ਇੱਥੇ ਆ ਜਾਊਗਾ 2। ਤਾਂ ਇੱਥੇ 3 ਗੁਣਨਖੰਡ ਬਣੇ ਗਏ 2 2 ਤੇ 2। ਤਾਂ ਤੁਹਾਡੇ ਕੋਲ ਜੋ LCM ਹੈ ਤੁਹਾਡਾ ਉਹ ਬਣ ਜਾਊਗਾ 2 × 2 × 2। ਇਹਨਾਂ ਨੂੰ ਗੁਣਾ ਕਰਦੇ ਆਪਾਂ 2 ਦੂਣੀ 4 ਤੇ 4 ਦੂਣੀ 8। ਤਾਂ ਤੁਹਾਡਾ LCM ਹੈ ਜੋ ਬਣ ਜਾਊਗਾ 8। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ 8 LCM ਹੈ ਜੋ ਉਹਨੂੰ ਇੱਥੇ ਵਰਤ ਲੈਣੇ ਹੈਗੇ। ਹੁਣ ਜੋ 4 ਹੈ ਉਹਨੂੰ ਆਪਾਂ 8 ਦੇ ਨਾਲ ਭਾਗ ਕੀਤੀ, ਤੁਹਾਡੇ ਕੋਲ ਆ ਗਿਆ 2 ਨੂੰ ਗੁਣਾ ਕਰਤੀ 3 ਦੇ ਨਾਲ ਤਾਂ ਇੱਥੇ ਤੁਹਾਡੇ ਕੋਲ ਬਣ ਜਾਊਗਾ 2 × 3। ਉਸ ਤੋਂ ਬਾਅਦ ਦੇਖੋ ਪਲੱਸ ਦਾ ਨਿਸ਼ਾਨ ਹੈ ਤਾਂ ਪਲੱਸ ਦਾ ਨਿਸ਼ਾਨ ਲਾਤਾ। ਫਿਰ 8 ਨੂੰ ਭਾਗ ਕੀਤੀ 8 ਦੇ ਨਾਲ, ਤੁਹਾਡੇ ਕੋਲ ਆ ਜਾਊਗਾ 1 ਤੇ 1 ਦੀ ਗੁਣਾ ਹੋ ਜਾਊਗੀ 5 ਨਾਲ। ਇਸ ਤੋਂ ਬਾਅਦ ਅਗਲੇ ਸਟੈਪ ਵਿੱਚ ਇਸ ਨੂੰ ਆਪਾਂ ਹੱਲ ਕਰ ਲੈਂਦੇ ਹਾਂ। 3 ਤੇ 2 ਦੀ ਗੁਣਾ ਕਰਕੇ ਤੁਹਾਡੇ ਕੋਲ ਆ ਜਾਊਗਾ 6। ਫਿਰ ਪਲੱਸ ਦਾ ਨਿਸ਼ਾਨ ਹੈ। ਫਿਰ 5 ਤੇ 1 ਦੀ ਗੁਣਾ ਕਰਕੇ ਤੁਹਾਡੇ ਕੋਲ ਆ ਜਾਊਗਾ 5। ਹੇਠਾਂ ਤੁਹਾਡੇ ਕੋਲ ਚੱਲਿਆ ਜਾ ਰਿਹਾ ਹੈਗਾ 8। ਤਾਂ 6 + 5 ਨੂੰ ਤੁਸੀਂ ਜੋੜੋਗੇ ਤਾਂ ਤੁਹਾਡੇ ਕੋਲ ਬਣ ਜਾਊਗਾ 11 ਬਟਾ ਤੁਹਾਡੇ ਕੋਲ ਪਹਿਲਾਂ ਹੀ ਆ ਰਿਹਾ 8 ਤੇ 11/8 ਤੁਹਾਡਾ ਆਨਸਰ ਬਣ ਜਾਊਗਾ ਤੀਸਰੇ ਕੁਐਸਚਨ ਦਾ। ਚੌਥਾ ਕੁਐਸਚਨ ਹੱਲ ਕਰ ਲੈਂਦੇ ਆਪਾਂ। ਚੌਥੇ ਕੁਐਸਚਨ ਵਿੱਚ 5/14 ਵਿੱਚੋਂ ਮਾਈਨਸ ਕਰਾਂਗੇ ਆਪਾਂ -8/21 ਨੂੰ। ਤਾਂ ਦੇਖੋ ਉਹੀ ਪ੍ਰੋਬਲਮ ਬਾਰ-ਬਾਰ ਆ ਰਹੀ ਹੈ ਕਿ ਜੋ ਬ੍ਰੈਕਟ ਹੈ ਇਸ ਨੂੰ ਆਪਾਂ ਨੂੰ ਪਹਿਲਾਂ ਓਪਨ ਕਰਾਂਗੇ ਤੇ ਕਿਉਂਕਿ ਇੱਥੇ ਅੰਦਰ ਵੀ ਮਾਈਨਸ ਆ ਰਹੀ ਸੀ ਤੇ ਬਾਹਰ ਵੀ ਮਾਈਨਸ ਆ ਰਹੀ ਸੀ ਤਾਂ ਮਾਈਨਸ ਤੁਹਾਡੇ ਕੋਲ ਇੱਥੇ ਪਲੱਸ ਹੋ ਜਾਊਗਾ 5/14 ਪਲੱਸ ਬ੍ਰੈਕਟ ਖੋਲ ਕੇ 8/21 ਆ ਗਿਆ। ਇੱਥੇ ਜੋ LCM ਲੈਣਾ ਹੈ ਉਹ 14 ਤੇ 21 ਦਾ ਲਿਆ ਜਾਊਗਾ। ਸਭ ਤੋਂ ਪਹਿਲਾਂ ਆਪਾਂ ਇਹਨੂੰ 7 ਦੇ ਪਹਾੜੇ ਤੇ ਲੈ ਕੇ ਜਾਵਾਂਗੇ। 7 ਦੇ ਪਹਾੜੇ ਤੇ ਲੈ ਕੇ ਗਏ ਤਾਂ 7 ਦੂਣੀ 14 ਹੋ ਗਿਆ ਤੇ 7 ਤੀਆ 21 ਹੋ ਗਿਆ ਤੇ ਤੁਹਾਡੇ ਕੋਲ 3 ਗੁਣਨਖੰਡ ਬਣ ਗਏ 7 2 ਤੇ 3। ਤਾਂ ਇੱਥੇ LCM ਕੱਢਣਾ ਜਦੋਂ ਆਪਾਂ ਤਾਂ ਇੱਥੇ ਤਿੰਨੇ ਗੁਣਨਖੰਡਾਂ ਦੀ ਗੁਣਾ ਹੋ ਜੂਗੀ 7 × 3 × 2 ਤਾਂ 7 ਤੀਆ 21 ਤੇ 21 ਦੂਣਾ 42 ਤੁਹਾਡੇ ਕੋਲ ਜੋ ਹੈ ਤੁਹਾਡਾ ਫਾਈਨਲ LCM ਆ ਗਿਆ। ਇਸੇ LCM ਨੂੰ ਹੁਣ ਆਪਾਂ ਇੱਥੇ ਅੱਗੇ ਵਰਤ ਲੈਂਦੇ ਹਾਂ। ਤਾਂ ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਥੱਲੇ ਲੱਗ ਜਾਊਗਾ 42। ਹੁਣ 14 ਦੀ ਭਾਗ ਕੀਤੀ ਜਾਊਗੀ 42 ਦੇ ਨਾਲ, ਤੁਹਾਡੇ ਕੋਲ ਆ ਜਾਊਗਾ 3 ਤੇ 3 ਦੀ ਗੁਣਾ ਕੀਤੀ ਜਾਊਗੀ ਇੱਥੇ 5 ਦੇ ਨਾਲ ਤਾਂ ਤੁਹਾਡੇ ਕੋਲ ਆ ਗਿਆ ਗੁਣਾ 5। ਫਿਰ ਤੁਹਾਡੇ ਕੋਲ ਪਲੱਸ ਦਾ ਨਿਸ਼ਾਨ ਆ ਰਿਹਾ ਤਾਂ ਪਲੱਸ ਦਾ ਨਿਸ਼ਾਨ ਪਾ ਲਿਆ ਆਪਾਂ। ਫਿਰ ਬ੍ਰੈਕਟ ਫਿਰ 21 ਦੀ ਭਾਗ ਕੀਤੀ ਜਾਊਗੀ 42 ਨਾਲ, ਤੁਹਾਡੇ ਕੋਲ ਆ ਗਿਆ 2 ਤੇ 2 ਦੀ ਗੁਣਾ ਕੀਤੀ ਜਾਊਗੀ 8 ਦੇ ਨਾਲ ਤਾਂ ਤੁਸੀਂ ਗੁਣਾ ਲਾਤਾ 8। ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ 3 ਤੇ 5 ਦੀ ਗੁਣਾ ਹੋ ਜੂਗੀ 5 ਤੀਏ ਹੁੰਦੇ ਆ 15। ਫਿਰ ਪਲੱਸ ਦਾ ਨਿਸ਼ਾਨ ਆ ਰਿਹਾ। ਫਿਰ 2 ਤੇ 8 ਦੀ ਗੁਣਾ ਹੋ ਗਈ ਜਿੱਥੇ ਤੁਹਾਡੇ ਕੋਲ 8 ਦੂਣੀ ਆ ਗਿਆ 16 ਤੇ ਬਟਾ ਚੱਲੀ ਜਾ ਰਿਹਾ ਹੈਗਾ 42। ਇਸ ਤੋਂ ਬਾਅਦ ਲਾਸਟ ਵਾਲੇ ਸਟੈਪ ਦੇ ਵਿੱਚ ਤੁਹਾਡੇ ਕੋਲ 15 ਤੇ 16 ਨੂੰ ਜੋੜ ਦੇਣਾ ਤੁਸੀਂ। 15 ਤੇ 16 ਬਣ ਜਾਣਗੇ ਤੁਹਾਡੇ ਕੋਲ 31। 31 ਬਟਾ ਤੁਹਾਡੇ ਕੋਲ ਆ ਗਿਆ 42। 31 ਤੇ 42 ਕਿਸੇ ਵੀ ਪਹਾੜੇ ਉੱਤੇ ਨਹੀਂ ਕੱਟੇ ਜਾ ਰਹੇ, ਇਸ ਕਰਕੇ 31/42 ਤੁਹਾਡਾ ਫਾਈਨਲ ਆਨਸਰ ਹੋ ਜਾਊਗਾ ਚੌਥੇ ਕੁਐਸਚਨ ਦਾ। ਇਸ ਤੋਂ ਬਾਅਦ ਪੰਜਵਾਂ ਕੁਐਸਚਨ ਕਰ ਲੈਂਦੇ ਆਪਾਂ। ਤਾਂ -8/15 ਦੇ ਵਿੱਚੋਂ ਆਪਾਂ ਨੂੰ ਮਾਈਨਸ ਕਰਨ ਲਈ ਕਿਹਾ ਗਿਆ ਹੈਗਾ -7/10। ਇੱਥੇ ਵੀ ਤੁਹਾਡੇ ਕੋਲ ਇਹ ਵਾਲੀ ਬ੍ਰੈਕਟ ਆ ਰਹੀ ਹੈ। ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਤਾਂ ਤੁਹਾਡੇ ਕੋਲ ਅੰਦਰ ਵਾਲੀ ਮਾਈਨਸ ਤੇ ਬਾਹਰ ਵਾਲੀ ਮਾਈਨਸ ਕਰਕੇ ਪਲੱਸ ਹੋ ਜਾਊਗਾ। ਆਹ ਵਾਲੀ ਰਕਮ ਤੁਹਾਡੀ ਐਜ਼ ਇਟ ਇਜ਼ ਰਹਿ ਜੂਗੀ। ਤਾਂ 8/10
ਤੁਹਾਡੇ ਕੋਲ ਆ ਗਿਆ 15 ਮਾਈਨਸ ਦਾ, ਅੱਗੇ ਵੀ ਤੁਹਾਡੇ ਕੋਲ ਮਾਈਨਸ ਮਾਈਨਸ ਪਲੱਸ ਹੋ ਗਈ ਤੇ ਬ੍ਰੈਕਟ ਖੁੱਲਣ ਤੋਂ ਬਾਅਦ ਆ ਗਿਆ 7/10। ਹੁਣ ਜੋ LCM ਹੈ ਉਹ 15 ਤੇ 10 ਦਾ ਲਿਆ ਜਾਊਗਾ, ਤਾਂ ਆਪਾਂ ਇੱਥੇ 15 ਤੇ 10 ਦਾ LCM ਕਰ ਲੈਂਦੇ ਹਾਂ। 5 ਦੇ ਪਹਾੜੇ ਤੇ ਇਸ ਨੂੰ ਲੈ ਕੇ ਗਏ ਤਾਂ 5 ਤੀਏ 15 ਤੇ 5 ਦੂਣੀ 10, 3 ਗੁਣਨਖੰਡ ਆ ਗਏ ਤੁਹਾਡੇ ਕੋਲ 3 2 ਤੇ 5 ਦਾ। ਇਹਨਾਂ ਨੂੰ ਆਪਾਂ LCM ਕੈਲਕੂਲੇਟ ਕਰਨ ਦੇ ਵੇਲੇ ਗੁਣਾ ਕਰ ਲੈਂਦੇ ਹਾਂ, ਤਾਂ 5 ਤੀਏ ਤੁਹਾਡੇ ਕੋਲ ਬਣ ਗਿਆ 15, 15 ਦੂਣਾ ਤੁਹਾਡੇ ਕੋਲ ਆ ਗਿਆ ਆਨਸਰ 30। ਤਾਂ ਇੱਥੇ ਜੋ ਆਪਾਂ LCM ਵਰਤਣਾ ਹੈ ਉਹ ਵਰਤਾਂਗੇ 30 ਵਰਤਾਂਗੇ ਆਪਾਂ। ਤਾਂ ਨੈਕਸਟ ਸਟੈਪ ਦੇ ਵਿੱਚ ਆਪਾਂ ਇੱਥੇ ਲਗਾ ਲੈਂਦੇ ਹਾਂ ਜੀ 30। ਹੁਣ ਜੋ ਉੱਪਰ ਵਾਲੀ ਰਕਮ ਹੈ ਇਸ ਨੂੰ ਆਪਾਂ ਕਿਸ ਨਾਲ ਗੁਣਾ ਕਰਾਂਗੇ, ਤਾਂ 15 ਨੂੰ ਭਾਗ ਕਰਕੇ ਦੇਖੋ 30 ਨਾਲ ਤੁਹਾਡੇ ਕੋਲ ਆ ਗਿਆ 2, 2 ਦੀ ਗੁਣਾ ਕਰਾਂਗੇ, ਫਿਰ ਤੁਹਾਡੇ ਕੋਲ ਨਿਸ਼ਾਨ ਪਲੱਸ ਦਾ ਹੈ, ਫਿਰ ਆ ਗਿਆ 7, 7 ਦੀ ਗੁਣਾ ਕਿਸ ਨਾਲ ਕਰਾਂਗੇ, ਦੇਖੋ 10 ਦੀ ਭਾਗ ਕਰਕੇ ਦੇਖੋ 30 ਨਾਲ ਤੁਹਾਡੇ ਕੋਲ ਆ ਗਿਆ ਆਨਸਰ 3। ਅਗਲੇ ਸਟੈਪ ਤੇ ਆ ਜਾਂਦੇ ਆਪਾਂ। ਅਗਲੇ ਸਟੈਪ ਵਿੱਚ -8 ਦੀ ਗੁਣਾ ਦੇਖੋ ਹੋ ਰਹੀ ਹੈ 2 ਨਾਲ, ਤਾਂ 8 ਦੂਣੀ 16, ਮਾਈਨਸ ਦਾ 16 ਆ ਜਾਊਗਾ, ਫਿਰ ਪਲੱਸ ਦਾ ਨਿਸ਼ਾਨ ਆ ਰਿਹਾ ਹੈ, ਫਿਰ 7 ਤੇ 3 ਦੀ ਗੁਣਾ ਜਦੋਂ ਹੋਊਗੀ ਤਾਂ ਇੱਥੇ ਬਣ ਜਾਊਗਾ 21 ਤੇ ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 30। ਨੈਕਸਟ ਸਟੈਪ ਦੇ ਵਿੱਚ -16 ਤੇ +21, ਇਹਨੂੰ ਅਗਰ ਆਪਾਂ ਹੱਲ ਕਰਾਂਗੇ ਤਾਂ ਦੇਖੋ ਇਹਨਾਂ ਵਿੱਚ ਜੋ ਫਰਕ ਆਊਗਾ ਉਹ ਆਊਗਾ 5 ਦਾ, ਵਟੇ ਤੁਹਾਡੇ ਕੋਲ ਚੱਲਿਆ ਜਾ ਰਿਹਾ ਹੈਗਾ 30। ਜਦੋਂ ਤੁਸੀਂ ਇਸ ਨੂੰ 5 ਦੇ ਪਹਾੜੇ ਤੇ ਕੱਟੋਗੇ ਤਾਂ 5 1 5 ਤੇ 5 6 30, ਤਾਂ ਤੁਹਾਡੇ ਕੋਲ ਜੋ ਸਹੀ ਆਨਸਰ ਬਣ ਜਾਊਗਾ ਉਹ ਬਣ ਜਾਊਗਾ 1/6। ਪੰਜਵੇਂ ਕੁਐਸਚਨ ਦਾ ਕੁਐਸਚਨ 6ਵਾਂ ਕਰ ਲੈਂਦੇ ਆਪਾਂ। 5/6 ਦੇ ਵਿੱਚੋਂ ਘਟਾਉਣ ਲਈ ਕਿਹਾ ਗਿਆ ਹੈ 6/11 ਨੂੰ। ਤੁਸੀਂ ਇੱਥੇ 11 ਤੇ 6 ਦੋਨਾਂ ਦਾ LCM ਕੱਢ ਸਕਦੇ ਹੋਗੇ, ਤਾਂ ਦੇਖੋ 6 ਤੇ 11 ਦੋਨਾਂ ਦੇ ਵਿੱਚ ਕੋਈ ਵੀ ਪਹਾੜਾ ਸਾਂਝਾ ਨਹੀਂ ਹੁੰਦਾ, ਤਾਂ ਤੁਹਾਡੇ ਕੋਲ 2 ਹੀ ਗੁਣਨਖੰਡ ਬਣ ਗਏ 6 ਤੇ 11, ਤੇ ਤੁਹਾਡੇ ਕੋਲ ਜੋ LCM ਹੈ ਉਹ ਬਣ ਜਾਊਗਾ 11 × 6। ਕਹਿਣ ਦਾ ਮਤਲਬ ਤੁਹਾਡਾ ਜੋ LCM ਬਣੂਗਾ ਉਹ ਬਣੂਗਾ 66। ਹੁਣ ਇੱਥੇ ਤੁਸੀਂ ਇੱਕ ਹੋਰ ਚੀਜ਼ ਕਰ ਸਕਦੇ ਹੋ, ਉਹ ਹੈ ਤਿਤਲੀ ਵਿਧੀ। ਤਾਂ 11 ਤੇ 6 ਦੀ ਗੁਣਾ ਕੀਤੀ ਤੁਹਾਡੇ ਕੋਲ ਆ ਗਿਆ 66 ਤਿਤਲੀ ਵਿਧੀ ਦੇ ਅਕੋਰਡਿੰਗ। ਫਿਰ 5 ਦੀ ਗੁਣਾ ਹੋਊਗੀ 11 ਦੇ ਨਾਲ, ਤਾਂ 5 ਦੀ ਗੁਣਾ ਹੋਈ 11 ਦੇ ਨਾਲ, ਫਿਰ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ ਆ ਰਿਹਾ ਹੈਗਾ, ਮਾਈਨਸ ਲਗਾ ਲਈ। 6 ਦੀ ਗੁਣਾ ਹੋਊਗੀ ਤੁਹਾਡੇ ਕੋਲ 6 ਦੇ ਨਾਲ। ਇਹ ਜੋ ਗੁਣਾ ਹੋ ਰਹੀ ਹੈ ਤਿਤਲੀ ਵਿਧੀ ਦੇ ਅਕੋਰਡਿੰਗ ਆਪਣੇ ਕੋਲ ਹੋ ਰਹੀ ਹੈਗੀ। ਅਗਲੇ ਸਟੈਪ ਵਿੱਚ 11 ਤੇ 5 ਦੀ ਗੁਣਾ ਹੋ ਜਾਊਗੀ, 11 5 ਹੁੰਦਾ ਹੈ 55, ਅੱਗੇ ਮਾਈਨਸ ਦਾ ਨਿਸ਼ਾਨ ਆ ਗਿਆ। 6 ਦੀ 6 ਨਾਲ ਗੁਣਾ ਕੀਤੀ, ਇਹ ਤੁਹਾਡੇ ਕੋਲ ਬਣ ਜਾਊਗਾ 36 ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 66। ਇਸ ਅਗਲੇ ਸਟੈਪ ਦੇ ਵਿੱਚ 55 ਵਿੱਚੋਂ 36 ਨੂੰ ਮਾਈਨਸ ਕਰਾਂਗੇ, ਤੁਹਾਡਾ ਆਨਸਰ ਬਣ ਜਾਊਗਾ 19 ਤੇ ਵਟੇ ਤੁਹਾਡੇ ਕੋਲ ਚੱਲੀ ਜਾਂਦਾ ਹੈ 66। ਇਸ ਕਰਕੇ 19/66 ਸਹੀ ਆਨਸਰ ਹੋ ਜਾਏਗਾ ਤੁਹਾਡੇ 6ਵੇਂ ਕੁਐਸਚਨ ਦਾ। ਕੁਐਸਚਨ 7ਵਾਂ ਵੀ ਆਪਾਂ ਸੋਲਵ ਕਰ ਲੈਂਦੇ ਹਾਂ। ਇੱਥੇ ਤੁਹਾਨੂੰ ਕਰਨ ਲਈ ਕਿਹਾ ਗਿਆ -5/12 ਦੇ ਵਿੱਚੋਂ ਮਾਈਨਸ ਕਰਨ ਨੂੰ -3/4, ਕਿਉਂਕਿ ਇੱਥੇ ਤੁਹਾਡੇ ਕੋਲ 2 ਮਾਈਨਸਾਂ ਨੇ ਤਾਂ ਤੁਹਾਨੂੰ ਬ੍ਰੈਕਟ ਲਾਉਣੀ ਵੀ ਪਊ, ਤੇ 2 ਮਾਈਨਸਾਂ ਤੁਹਾਡੇ ਕੋਲ ਬ੍ਰੈਕਟ ਖੁੱਲਣ ਤੋਂ ਬਾਅਦ ਬਣ ਜਾਣਗੀਆਂ ਪਲੱਸ, ਤਾਂ ਮਾਈਨਸ ਦਾ 5/12 ਐਂ ਰਹਿ ਜਾਊਗਾ, ਪਲੱਸ ਬ੍ਰੈਕਟ ਖੁੱਲ ਕੇ ਆ ਜਾਊ 3/4। ਇੱਥੇ ਹੁਣ ਤੁਸੀਂ ਜੋ LCM ਲੈਣਾ ਹੈ ਉਹ ਲੈਣਾ ਹੈਗਾ 4 ਦਾ ਤੇ 12 ਦਾ, ਤਾਂ 12 ਤੇ 4 ਪਹਿਲਾਂ ਜਾਊਗਾ ਦੇਖੋ 3 ਦੇ ਪਹਾੜੇ ਦੇ ਉੱਤੇ, 3 ਚੌਕੀ 12 ਤੇ ਇੱਥੇ ਤੁਹਾਡੇ ਕੋਲ 4 ਹੀ ਰਹਿ ਜਾਊਗਾ। ਹੁਣ ਤੁਸੀਂ ਇਹਨੂੰ 4 ਨਾਲ ਕਰ ਸਕਦੇ ਹੋ, ਤਾਂ ਤੁਹਾਡੇ ਕੋਲ ਆ ਜਾਊਗਾ 1। 2 ਗੁਣਨਖੰਡ ਆ ਗਏ 3 ਤੇ 4 ਦਾ, ਤੇ 3 ਤੇ 4 ਨੂੰ ਜਦੋਂ ਤੁਸੀਂ ਗੁਣਾ ਕਰੋਗੇ ਤੁਹਾਡੇ ਕੋਲ LCM ਬਣ ਜਾਊਗਾ 12। ਇਸ LCM ਨੂੰ ਹੁਣ ਆਪਾਂ ਵਰਤ ਲਵਾਂਗੇ ਨੈਕਸਟ ਸਟੈਪ ਦੇ ਵਿੱਚ। ਤਾਂ ਹੇਠਾਂ ਆਪਾਂ ਲਗਾ ਲੈਂਦੇ ਹਾਂ ਜੀ 12, ਤੇ ਹੁਣ 12 ਨੂੰ 12 ਨਾਲ ਭਾਗ ਕੀਤੀ ਤੁਹਾਡੇ ਕੋਲ ਆ ਗਿਆ 1, ਤੇ 1 ਦੀ ਗੁਣਾ ਹੋ ਜਾਊਗੀ ਉੱਪਰ ਵਾਲੇ -5 ਨਾਲ, ਫਿਰ ਪਲੱਸ ਦਾ ਨਿਸ਼ਾਨ ਆ ਗਿਆ। ਉਸੇ ਤਰ੍ਹਾਂ ਨਾਲ ਹੁਣ 4 ਦੀ ਭਾਗ ਕੀਤੀ ਜਾਊਗੀ 12 ਨਾਲ, ਤੁਹਾਡੇ ਕੋਲ ਆਨਸਰ ਆ ਗਿਆ 3, 3 ਦੀ ਗੁਣਾ ਹੋ ਜਾਊ ਉੱਪਰ ਵਾਲੇ 3 ਦੇ ਨਾਲ। ਇਸ ਕਰਕੇ ਆਹ ਵਾਲਾ ਤੁਹਾਡਾ ਨੈਕਸਟ ਸਟੈਪ ਬਣ ਚੁੱਕਿਆ ਹੈਗਾ। ਅੱਗੇ ਚੱਲਦੇ ਹਾਂ। -5 ਦੀ 1 ਨਾਲ ਗੁਣਾ ਕੀਤੀ ਤੁਹਾਡੇ ਕੋਲ ਬਣ ਗਿਆ -5, ਪਲੱਸ ਦਾ ਨਿਸ਼ਾਨ, 3 ਨੂੰ 3 ਨਾਲ ਗੁਣਾ ਕੀਤੀ ਬਣ ਗਿਆ 9, ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ ਆਲਰੇਡੀ 12। ਅਗਲੇ ਸਟੈਪ ਦੇ ਵਿੱਚ ਜੋ -5 ਸੀ ਤੇ ਪਲੱਸ ਦਾ 9 ਸੀ, ਇਹਨਾਂ ਨੂੰ ਹੱਲ ਕਰਾਂਗੇ ਤਾਂ ਤੁਹਾਡੇ ਕੋਲ ਪਲੱਸ ਦਾ ਬਣ ਜਾਊਗਾ 4 ਤੇ ਹੇਠਾਂ ਆਊਗਾ 12। 4 ਦੇ ਪਹਾੜੇ ਤੇ ਇਸ ਨੂੰ ਕੱਟ ਦੋ ਤਾਂ ਤੁਹਾਡੇ ਕੋਲ ਬਣ ਜਾਊਗਾ 1/3। 1/3 ਸਹੀ ਆਨਸਰ ਹੋ ਜਾਊਗਾ ਤੁਹਾਡੇ 7ਵੇਂ ਕੁਐਸਚਨ ਦਾ। ਅਗਲਾ ਤੇ ਲਾਸਟ ਸਵਾਲ ਆਪਾਂ 8ਵਾਂ ਵੀ ਕਰ ਲੈਂਦੇ ਹੈਗੇ। -8/25 ਵਿੱਚੋਂ ਤੁਸੀਂ ਘਟਾ ਦਿਓ 13/10। ਅਗਲੇ ਸਟੈਪ ਦੇ ਵਿੱਚ ਤੁਸੀਂ 25 ਦਾ ਤੇ 10 ਦਾ LCM ਇੱਥੇ ਲੈ ਸਕਦੇ ਹੋ। 25 ਤੇ 10 ਦਾ LCM ਅਗਰ ਆਪਾਂ ਲਵਾਂਗੇ ਤੁਸੀਂ ਦੇਖੋਗੇ ਕਿ ਇਹ ਦੋਨੇ 5 ਦੇ ਪਹਾੜੇ ਤੇ ਆ ਰਹੇ ਨੇ, 5 5 25 ਆ ਗਿਆ, ਤੇ ਇੱਥੇ ਆ ਗਿਆ 5 ਦੂਣੀ 10 ਕਰਕੇ ਤੁਹਾਡੇ ਕੋਲ 3 ਗੁਣਨਖੰਡ ਬਣ ਗਏ 5 5 ਤੇ 2। ਇਹਨਾਂ ਦੀ ਅਗਰ ਆਪਾਂ ਗੁਣਾ ਕਰੀਏ ਤਾਂ ਤੁਸੀਂ ਦੇਖੋਗੇ ਕਿ 5 5 25 ਤੇ 25 ਦੂਣਾ 50, ਤਾਂ ਤੁਹਾਡੇ ਕੋਲ ਜੋ LCM ਬਣ ਗਿਆ ਉਹ ਬਣ ਗਿਆ 50, ਤੇ ਤੁਹਾਡੇ ਕੋਲ ਜੋ LCM ਬਣ ਗਿਆ ਉਹ ਇੱਥੇ ਬਣ ਗਿਆ 50। ਇਸ ਨੂੰ ਹੀ ਤੁਸੀਂ ਨੈਕਸਟ ਸਟੈਪ ਦੇ ਵਿੱਚ ਵਰਤ ਸਕਦੇ ਹੋ। ਤਾਂ ਆਪਾਂ ਇੱਥੇ ਥੱਲੇ 50 ਲਗਾ ਲੈਂਦੇ ਹੈਗੇ। ਹੁਣ 25 ਦੀ ਭਾਗ ਕੀਤੀ ਜਾਊਗੀ 50 ਦੇ ਨਾਲ, ਤੁਹਾਡੇ ਕੋਲ ਆ ਗਿਆ 2, 2 ਦੀ ਗੁਣਾ ਹੋ ਜਾਊਗੀ -8 ਨਾਲ, ਤਾਂ -8 ਨਾਲ ਗੁਣਾ ਕਰਤੀ ਆਪਾਂ 2 ਦੀ। ਅੱਗੇ ਤੁਹਾਡੇ ਕੋਲ ਨਿਸ਼ਾਨ ਆ ਰਿਹਾ ਦੇਖੋ ਮਾਈਨਸ ਦਾ ਨਿਸ਼ਾਨ ਲੱਗ ਗਿਆ। ਹੁਣ 10 ਦੀ ਭਾਗ ਕੀਤੀ ਜਾਊਗੀ LCM 50 ਦੇ ਨਾਲ, ਤੁਹਾਡੇ ਕੋਲ ਆ ਗਿਆ ਆਨਸਰ 5,
ਤੇ ਉਸ ਤੋਂ ਬਾਅਦ ਉਸ ਦੀ ਗੁਣਾ ਕਰ ਦਾਂਗੇ ਆਪਾਂ ਉੱਪਰ 13 ਦੇ ਨਾਲ। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਜਦੋਂ -8 ਦੀ ਗੁਣਾ 2 ਨਾਲ ਕੀਤੀ ਤੁਹਾਡੇ ਕੋਲ ਬਣ ਗਿਆ -16। ਅੱਗੇ ਨਿਸ਼ਾਨ ਫਿਰ ਮਾਈਨਸ ਦਾ ਆ ਰਿਹਾ ਹੈ। 13 ਦੀ ਗੁਣਾ ਕੀਤੀ ਅਗਰ ਆਪਾਂ 5 ਦੇ ਨਾਲ ਤਾਂ ਤੁਹਾਡੇ ਕੋਲ ਬਣ ਜਾਊਗਾ 65 ਤੇ ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 50। ਹੁਣ ਇੱਥੇ ਤੁਹਾਡੇ ਕੋਲ 16 ਵੀ ਮਾਈਨਸ ਦਾ ਤੇ 65 ਵੀ ਮਾਈਨਸ ਦਾ ਤਾਂ ਤੁਹਾਡੇ ਕੋਲ ਇਸ ਨੂੰ ਹੱਲ ਕਰਨ ਤੋਂ ਬਾਅਦ ਜੋ ਆਨਸਰ ਬਣੂਗਾ ਉਹ ਬਣੂਗਾ -81 ਵਟੇ 50। 81 ਤੇ 50 ਕਿਸੇ ਵੀ ਸਾਂਝੇ ਪਹਾੜੇ ਉੱਪਰ ਨਹੀਂ ਆਉਂਦੇ, ਇਸ ਕਰਕੇ -81 ਵਟਾ 50 ਸਹੀ ਆਨਸਰ ਹੋਊ ਤੁਹਾਡੇ 8ਵੇਂ ਕੁਐਸਚਨ ਦਾ। ਕੁਐਸਚਨ ਦੂਸਰੇ ਤੇ ਆ ਜਾਂਦੇ ਆਪਾਂ। ਇਸ ਵਿੱਚ ਆਪਾਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਅਗਰ ਆਪਾਂ x ਵਿੱਚੋਂ y ਨੂੰ ਘਟਾਈਏ ਤੇ ਦੂਜੇ ਪਾਸੇ ਅਗਰ ਆਪਾਂ y ਵਿੱਚੋਂ x ਨੂੰ ਘਟਾਈਏ ਤਾਂ ਆਪਾਂ ਦੇਖਣਾ ਕਿ ਆਨਸਰ ਬਰਾਬਰ ਨਹੀਂ ਆਉਣਾ ਚਾਹੀਦਾ। ਸਵਾਲ ਪਹਿਲਾ, ਸਭ ਤੋਂ ਪਹਿਲਾਂ ਆਪਾਂ ਹੱਲ ਕਰ ਲੈਂਦੇ ਆਂਗੇ ਖੱਬਾ ਪਾਸਾ। ਖੱਬੇ ਪਾਸੇ ਵਿੱਚ ਤੁਹਾਡੇ ਕੋਲ x y ਹੋ ਰਿਹਾ ਹੈਗਾ, ਇਹਦਾ ਮਤਲਬ ਕਿ -5/12 ਹੈ ਪਹਿਲੇ ਸਵਾਲ ਦੇ ਵਿੱਚ, ਉਸ ਵਿੱਚੋਂ ਅੱਗੇ ਮਾਈਨਸ ਕੀਤਾ ਜਾ ਰਿਹਾ ਹੈ -3/8 ਨੂੰ। ਇੱਥੇ ਬ੍ਰੈਕਟ ਆਪਾਂ ਕਿਉਂ ਲਗਾਈ ਹੈ? ਕਿਉਂਕਿ ਇੱਕ ਮਾਈਨਸ ਅੰਦਰ ਆ ਰਹੀ ਹੈ ਤੇ ਇੱਕ ਮਾਈਨਸ ਬਾਹਰ ਆ ਰਹੀ ਹੈ। ਤਾਂ ਅਗਲੇ ਸਟੈਪ ਵਿੱਚ ਆਪਾਂ ਇਹੀ ਮਾਈਨਸ ਨੂੰ ਓਪਨ ਕਰ ਦੇਣਾ ਤੇ ਦੂਜੀ ਮਾਈਨਸ ਦੇ ਨਾਲ ਇਹ ਲੱਗ ਕੇ ਪਲੱਸ ਬਣਾ ਦੇਊਗੀ, ਤੁਹਾਡੇ ਕੋਲ ਆ ਜਾਊਗਾ 3/8। ਇੱਥੇ ਹੁਣ ਤੁਸੀਂ 12 ਦਾ ਤੇ 8 ਦਾ ਐਲਸੀਐਮ ਬਣਾ ਸਕਦੇ ਹੋਗੇ। 12 ਤੇ 8 ਦਾ ਐਲਸੀਐਮ ਬਣਾਉਣ ਵੇਲੇ ਤੁਸੀਂ ਇਸ ਨੂੰ 4 ਦੇ ਪਹਾੜੇ ਤੇ ਵੀ ਕਰ ਸਕਦੇ ਹੋਗੇ। ਇੱਥੇ ਆ ਗਿਆ 3 ਤੇ ਇੱਥੇ ਆ ਗਿਆ 2, ਤੁਹਾਡੇ ਕੋਲ 3 ਗੁਣਨਖੰਡ ਬਣ ਗਏ 4 3 ਤੇ 2। ਇਹਨਾਂ ਨੂੰ ਅਗਰ ਤੁਸੀਂ ਗੁਣਾ ਕਰੋਗੇ 4 3 ਤੇ 2 ਨੂੰ ਤਾਂ 4 ਤੀਏ 12 ਤੇ 12 ਦੂਣਾ 24 ਤੁਹਾਡਾ ਬਣ ਜਾਊਗਾ ਜੀ LCM। ਇਸ ਨੂੰ ਤੁਸੀਂ ਅਗਲੇ ਸਟੈਪ ਦੇ ਵਿੱਚ ਇੱਥੇ ਵਰਤ ਸਕਦੇ ਹੋ। ਤਾਂ ਅਗਲੇ ਸਟੈਪ ਵਿੱਚ ਆਪਾਂ ਇਸ ਨੂੰ 24 ਨੂੰ LCM ਵਰਤ ਲਿਆ ਤਾਂ ਉੱਪਰ ਤੁਹਾਡੇ ਕੋਲ -5 ਹੈਗਾ ਤੇ -5 ਦੀ ਗੁਣਾ ਕਰਨ ਦੇ ਲਈ ਜੋ ਅੰਕ ਲੱਭਣਾ ਆਪਾਂ ਉਹ ਕਿਵੇਂ ਲੱਭਾਂਗੇ? 12 ਦੀ ਭਾਗ ਕਰਕੇ ਦੇਖਾਂਗੇ 24 ਨਾਲ। 12 ਨੂੰ 24 ਨਾਲ ਭਾਗ ਕੀਤੀ ਤੁਹਾਡੇ ਕੋਲ ਆ ਗਿਆ 2, ਤਾਂ 2 ਦੀ ਗੁਣਾ ਹੋ ਗਈ -5 ਨਾਲ। ਫਿਰ ਪਲੱਸ ਦਾ ਨਿਸ਼ਾਨ ਹੈਗਾ, ਅੱਗੇ ਤੁਹਾਡੇ ਕੋਲ ਪਿਆ ਹੈਗਾ 3 ਤੇ ਅਗੇਨ ਤੁਸੀਂ 8 ਦੀ ਭਾਗ ਕਰਕੇ ਦੇਖੋਗੇ 24 ਦੇ ਨਾਲ, ਤੁਹਾਡੇ ਕੋਲ ਆ ਜਾਊਗਾ 3 ਤੇ 3 ਦੀ ਗੁਣਾ ਹੋਊਗੀ ਅੱਗੇ ਫਿਰ ਉੱਪਰ ਵਾਲੇ 3 ਦੇ ਨਾਲ। ਇਸ ਤਰ੍ਹਾਂ ਦਾ ਆਪਾਂ ਇੱਕ ਸਵਾਲ ਪਹਿਲੇ ਸਵਾਲ ਵਿੱਚ ਵੀ ਕਰ ਚੁੱਕੇ ਹਾਂ, ਇਸ ਕਰਕੇ ਤੁਸੀਂ ਉਸ ਦੀ ਹੈਲਪ ਲੈ ਸਕਦੇ ਹੋ। ਤੁਹਾਡੇ ਕੋਲ ਆ ਜਾਊਗਾ ਜੀ -10 + 9 ਤੇ ਵਟੇ ਤੁਹਾਡੇ ਕੋਲ ਜੋ ਚੱਲ ਰਿਹਾ ਹੈਗਾ ਉਹ ਚੱਲ ਰਿਹਾ ਹੈਗਾ 24। ਤਾਂ ਨੈਕਸਟ ਸਟੈਪ ਦੇ ਵਿੱਚ ਦੇਖੋ ਤੁਸੀਂ -10 ਹੈ ਤੇ ਪਲੱਸ ਦਾ 9 ਹੈ, ਤੁਹਾਡੇ ਕੋਲ ਓਵਰਆਲ ਬਚ ਜਾਊਗਾ -1 ਤੇ ਵਟਾ ਆ ਜਾਊਗਾ 24। ਇਹ ਜੋ ਤੁਸੀਂ ਹੱਲ ਕੀਤਾ -1/24, ਇਹ ਤੁਹਾਡਾ ਹੱਲ ਹੋਇਆਗਾ ਖੱਬੇ ਪਾਸੇ ਦੇ ਲਈ। ਹੁਣ ਆਪਾਂ ਇਸ ਨੂੰ ਹੱਲ ਕਰਾਂਗੇ ਸੱਜੇ ਪਾਸੇ ਦੇ ਲਈ। ਤਾਂ ਸੱਜੇ ਪਾਸਾ ਜਿਹੜਾ ਉਸ ਦੇ ਵਿੱਚ y - x ਕੀਤਾ ਜਾ ਰਿਹਾ ਹੈਗਾ, ਤਾਂ ਉਸ ਵਿੱਚ -3/8 ਤੇ ਉਸ ਦੇ ਵਿੱਚੋਂ ਮਾਈਨਸ ਕਰਾਂਗੇ -5/12 ਨੂੰ, ਤਾਂ -3/8। ਅੱਗੇ ਤੁਹਾਡੇ ਕੋਲ ਇਹ ਮਾਈਨਸ ਤੇ ਇਹ ਮਾਈਨਸ ਦੋਨਾਂ ਤੋਂ ਤੁਹਾਡੇ ਕੋਲ ਪਲੱਸ ਬਣ ਜਾਊਗਾ ਬ੍ਰੈਕਟ ਖੁੱਲਣ ਤੋਂ ਬਾਅਦ 5/12। ਅਗੇਨ ਅਗਰ ਤੁਸੀਂ 8 ਤੇ 12 ਦਾ ਐਲਸੀਐਮ ਕੱਢੋਗੇ ਤਾਂ ਤੁਹਾਡੇ ਕੋਲ ਬਣ ਜਾਊਗਾ LCM 24। ਇਹ ਆਪਾਂ ਹੁਣੀ ਕਰਕੇ ਹਟੇ ਹਾਂ ਖੱਬੇ ਪਾਸੇ ਦੇ ਵੇਲੇ, ਇਸ ਕਰਕੇ ਆਪਾਂ ਥੱਲੇ ਲਗਾ ਲਵਾਂਗੇ 24। ਉਸ ਤੋਂ ਬਾਅਦ 8 ਦੀ ਭਾਗ ਕੀਤੀ 24 ਨਾਲ 3 ਆ ਗਿਆ, 3 ਦੀ ਗੁਣਾ ਹੋ ਜਾਊਗੀ -3 ਦੇ ਨਾਲ, ਤਾਂ ਤੁਹਾਡੇ ਕੋਲ ਬਣ ਜਾਊਗਾ -9। ਉਸ ਤੋਂ ਬਾਅਦ ਤੁਹਾਡੇ ਕੋਲ 12 ਦੀ ਭਾਗ ਕੀਤੀ 24 ਨਾਲ, ਤੁਹਾਡੇ ਕੋਲ ਆ ਗਿਆ 2 ਦੀ ਗੁਣਾ ਕਰਤੀ 5 ਦੇ ਨਾਲ, ਤੁਹਾਡੇ ਕੋਲ ਆ ਜਾਊਗਾ ਜੀ 10। ਹੁਣ -9 ਹੈ ਤੇ ਪਲੱਸ ਦਾ 10 ਹੈ, ਤਾਂ ਤੁਹਾਡੇ ਕੋਲ ਬਚ ਜਾਊਗਾ 1 ਬਟਾ ਤੁਹਾਡੇ ਕੋਲ ਹੈ 24। ਤਾਂ 1/24 ਹੈ ਜੋ ਇਹ ਤੁਹਾਡੇ ਕੋਲ ਬਣਿਆ ਜੀ ਸੱਜਾ ਪਾਸਾ। ਤਾਂ ਦੇਖੋ ਖੱਬਾ ਪਾਸਾ ਤੁਹਾਡੇ ਕੋਲ -1/24 ਸੀ ਤੇ ਸੱਜਾ ਪਾਸਾ ਤੁਹਾਡੇ ਕੋਲ ਪਲੱਸ ਦਾ 1/24 ਹੈ। ਇਸ ਕਰਕੇ ਜੋ ਤੁਹਾਡੇ ਕੋਲ ਖੱਬਾ ਪਾਸਾ ਹੈ ਤੇ ਜੋ ਤੁਹਾਡੇ ਕੋਲ ਸੱਜਾ ਪਾਸਾ ਹੈ ਇਹ ਬਰਾਬਰ ਨਹੀਂ ਹਨ। ਇਹ ਜੋ ਨਿਸ਼ਾਨ ਹੈ ਬਰਾਬਰ ਦੇ ਉੱਤੇ ਅਗਰ ਆਪਾਂ ਜੋ ਲਾਈਨ ਮਾਰ ਦਈਏ ਇਸ ਤਰ੍ਹਾਂ ਨਾਲ, ਇਹਦਾ ਮਤਲਬ ਹੁੰਦਾ ਕਿ ਬਰਾਬਰ ਨਹੀਂ ਹਨ। ਤਾਂ ਇਸ ਤੇ ਤੁਸੀਂ ਲਿਖ ਸਕਦੇ ਹੋ ਕਿ ਕ੍ਰਮ ਵਟਾਂਦਰਾ ਹੈ ਜੋ ਉਹ ਨਹੀਂ ਲੱਗੂਗਾ। ਇਸੇ ਤਰ੍ਹਾਂ ਨਾਲ ਆਪਾਂ ਦੂਸਰਾ ਸਵਾਲ ਹੱਲ ਕਰ ਲੈਂਦੇ ਹਾਂ। ਤਾਂ ਖੱਬਾ ਪਾਸਾ ਹੋ ਗਿਆ ਜੀ x - y ਦੈਟ ਇਜ਼ 7/15 ਦੇ ਵਿੱਚੋਂ ਮਾਈਨਸ ਕਰਤਾ ਆਪਾਂ -3/10 ਨੂੰ। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਇਹਨਾਂ ਦੀ ਜੋ ਬ੍ਰੈਕਟ ਆ ਉਹ ਖੋਲਾਂਗੇ ਤੇ ਇਹ ਮਾਈਨਸ ਤੁਹਾਡੀ ਪਲੱਸ ਬਣ ਜੂ। ਤਾਂ 7/15 ਅੱਗੇ ਆ ਗਿਆ ਪਲੱਸ ਤੇ ਬ੍ਰੈਕਟ ਤੋਂ ਬਾਅਦ ਤੁਹਾਡੇ ਕੋਲ ਖੁੱਲ ਕੇ ਆ ਗਿਆ ਇੱਥੇ 3/10। ਹੁਣ ਤੁਸੀਂ ਜੋ ਐਲਸੀਐਮ ਲੈਣਾ ਹੈਗਾ ਉਹ 15 ਤੇ 10 ਦਾ ਲੈਣਾ। ਤਾਂ ਇੱਥੇ 15 ਤੇ 10 ਦਾ ਅਗਰ ਤੁਸੀਂ ਐਲਸੀਐਮ ਲਾਓਗੇ 5 ਦੇ ਪਹਾੜੇ ਤੇ ਇੱਥੇ ਆਜੂ 3, ਇੱਥੇ ਆਜੂ 2, ਤੁਹਾਡੇ ਕੋਲ ਇੱਥੇ 3 ਗੁਣਨਖੰਡ ਬਣ ਗਏ 5 3 ਤੇ 2। ਇਹਨਾਂ ਨੂੰ ਗੁਣਾ ਕਰ ਲਓ 5 ਤੀਏ 15, 15 ਦੂਣਾ 30। ਤਾਂ ਤੁਹਾਡੇ ਕੋਲ ਜੋ ਐਲਸੀਐਮ ਬਣੂਗਾ ਇਸ ਨੈਕਸਟ ਸਟੈਪ ਦੇ ਵਿੱਚ ਉਹ ਬਣ ਜਾਊਗਾ 30। ਹੁਣ ਤੁਸੀਂ ਕੀ ਕਰਨਾ ਹੈ, 15 ਨੂੰ 30 ਨਾਲ ਭਾਗ ਕਰਨੀ ਹੈ, ਤੁਹਾਡੇ ਕੋਲ ਆਜੂ 2 ਤੇ 2 ਦੀ 7 ਨਾਲ ਗੁਣਾ ਕਰਕੇ ਤੁਹਾਡੇ ਕੋਲ ਆਜੂ 14। ਅਗਲਾ ਤੁਹਾਡਾ ਨਿਸ਼ਾਨ ਹੈਗਾ ਪਲੱਸ ਦਾ। ਹੁਣ 10 ਦੀ ਭਾਗ ਕੀਤੀ 30 ਦੇ ਨਾਲ, ਤੁਹਾਡੇ ਕੋਲ ਬਣ ਗਿਆ 3 ਦੀ ਗੁਣਾ ਕਰਤੀ 3 ਦੇ ਨਾਲ, ਤੁਹਾਡੇ ਕੋਲ ਆ ਗਿਆ ਜੀ 9। ਅੱਗੇ ਚੱਲਦੇ ਹਾਂ। ਇਸ ਸਟੈਪ ਦੇ ਵਿੱਚ 14 ਤੇ 9 ਨੂੰ ਪਲੱਸ ਕੀਤੇ ਤੋਂ ਬਾਅਦ ਤੁਹਾਡੇ ਕੋਲ ਬਣ ਜਾਊਗਾ 23 ਤੇ ਵਟਾ ਆਈ ਜਾਂਦਾ ਤੁਹਾਡੇ ਕੋਲ 30। ਇਹ ਤੁਸੀਂ ਹੱਲ ਕਰ ਲਿਆ ਖੱਬੇ ਪਾਸੇ ਦੇ ਲਈ। ਹੁਣ ਤੁਸੀਂ ਇਸੇ ਤਰ੍ਹਾਂ ਨਾਲ ਸੱਜਾ ਪਾਸਾ ਵੀ ਕਰੋਗੇ। ਸੱਜੇ ਪਾਸੇ ਦੇ ਵਿੱਚ y - x ਕੀਤਾ ਜਾ ਰਿਹਾ ਹੈਗਾ, ਇਹਦਾ ਮਤਲਬ ਕੀ ਹੈ ਕਿ -3/10 ਹੈ ਜਿਹੜਾ
ਉਹਦੇ ਵਿੱਚੋਂ ਘਟਾਇਆ ਜਾਊਗਾ 7/15 ਨੂੰ। ਤਾਂ ਦੇਖੋ ਫਿਰ ਤੋਂ ਤੁਹਾਡੇ ਕੋਲ 10 ਤੇ 15 ਦਾ ਐਲਸੀਐਮ ਤਾਂ ਉਹੀ ਆਊਗਾ, ਯਾਨੀ ਕਿ 30। ਤਾਂ 10 ਦੀ ਭਾਗ ਕੀਤੀ ਗਈ 30 ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕੀਤੀ ਗਈ -3 ਦੇ ਨਾਲ, ਤੁਹਾਡੇ ਕੋਲ ਆ ਗਿਆ -9। ਅੱਗੇ 15 ਦੀ ਭਾਗ ਕੀਤੀ ਤੁਸੀਂ 30 ਨਾਲ, ਤੁਹਾਡੇ ਕੋਲ ਆ ਗਿਆ 2। 2 ਦੀ ਗੁਣਾ ਕੀਤੀ ਗਈ 7 ਦੇ ਨਾਲ, ਤੁਹਾਡੇ ਕੋਲ ਆ ਜਾਊਗਾ ਜੀ 14। ਵਿਚਾਲੇ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ ਹੈ, ਤਾਂ ਮਾਈਨਸ ਦਾ ਨਿਸ਼ਾਨ ਹੀ ਆ ਜਾਊਗਾ। ਹੁਣ ਇਹਨਾਂ ਨੂੰ ਅਗਰ ਤੁਸੀਂ ਹੱਲ ਕਰੋਗੇ ਤਾਂ -9 ਤੇ -14 ਤੁਹਾਡੇ ਕੋਲ ਬਣਾ ਦੂੰ -23 ਤੇ ਵਟੇ ਆ ਗਿਆ 30। ਤਾਂ ਖੱਬੇ ਪਾਸੇ ਆ ਗਿਆ ਤੁਹਾਡੇ ਕੋਲ 23/30, ਸੱਜੇ ਪਾਸੇ ਆ ਗਿਆ -23/30, ਜੋ ਕਿ ਬਰਾਬਰ ਨਹੀਂ ਹਨ। ਇਸ ਕਰਕੇ ਕਰਮ ਵਟਾਂਦਰਾ ਇੱਥੇ ਵੀ ਲਾਗੂ ਨਹੀਂ ਹੋਊਗਾ। ਕੁਐਸਚਨ ਤੀਸਰਾ ਵੀ ਹੱਲ ਕਰ ਲੈਂਦੇ ਆਪਾਂ। ਇੱਧਰ ਤੁਹਾਡੇ ਕੋਲ ਆ ਗਿਆ ਇੱਕ ਖੱਬਾ ਪਾਸਾ, ਇੱਧਰ ਤੁਹਾਡੇ ਕੋਲ ਆ ਗਿਆ ਇੱਕ ਸੱਜਾ ਪਾਸਾ। ਖੱਬੇ ਪਾਸੇ ਦੇ ਵਿੱਚ ਤੁਹਾਡੇ ਕੋਲ ਬਣ ਜਾਊਗਾ x - y ਤੇ ਸੱਜੇ ਪਾਸੇ ਤੁਹਾਨੂੰ ਪੁੱਛਿਆ ਗਿਆ ਹੈਗਾ y - x। ਪਹਿਲਾਂ ਆਪਾਂ ਖੱਬਾ ਪਾਸਾ ਕਰ ਲੈਂਦੇ ਹਾਂ। ਤਾਂ ਖੱਬੇ ਪਾਸੇ ਵਿੱਚ -15/16 ਕਰ ਦੇਵਾਂਗੇ ਆਪਾਂ। ਫਿਰ ਉਸ ਤੋਂ ਬਾਅਦ ਮਾਈਨਸ ਹੋ ਜਾਊਗਾ 7/12। ਤਾਂ ਇੱਥੇ ਜਦੋਂ ਤੁਸੀਂ ਹੱਲ ਕਰਨਾ ਇਸ ਨੂੰ ਤਾਂ ਈਜ਼ੀ ਹੋ ਜਾਊਗਾ। 16 ਤੇ 12 ਦਾ ਐਲਸੀਐਮ ਲੈਣਾ। 16 ਤੇ 12 ਦਾ ਜਦੋਂ ਆਪਾਂ ਐਲਸੀਐਮ ਲਵਾਂਗੇ ਤਾਂ ਤੁਸੀਂ ਦੇਖੋਗੇ ਕਿ ਆਪਾਂ ਇਸ ਨੂੰ 4 ਦੇ ਪਹਾੜੇ ਤੇ ਕਰ ਸਕਦੇ ਹਾਂ। 4 ਚੌਕੇ 16 ਆ ਗਿਆ, 3 ਚੌਕੇ 12 ਆ ਗਿਆ। ਤੁਹਾਡੇ ਕੋਲ 3 ਗੁਣਨਖੰਡ ਬਣ ਗਏ 4, 4 ਤੇ 3। 4 ਗੁਣਾ ਨੂੰ ਕਰੋ 4 ਨਾਲ 16, 16 ਨੂੰ 3 ਨਾਲ ਗੁਣਾ ਕਰੋ, ਤੁਹਾਡੇ ਕੋਲ ਆ ਗਿਆ ਐਲਸੀਐਮ 48। 48 ਐਲਸੀਐਮ ਹੁਣ ਤੁਸੀਂ ਵਰਤੋਗੇ, 48 ਐਲਸੀਐਮ ਤੁਸੀਂ ਵਰਤੋਗੇ ਅਗਲੇ ਸਟੈਪ ਦੇ ਵਿੱਚ। ਤਾਂ ਐਲਸੀਐਮ ਆਪਾਂ ਇੱਥੇ ਥੱਲੇ 48 ਲਾ ਲੈਂਦੇ ਹਾਂ। ਹੁਣ 16 ਦੀ ਭਾਗ ਕੀਤੀ ਗਈ 48 ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕੀਤੀ ਜਾਊਗੀ -15 ਦੇ ਨਾਲ, ਤਾਂ -15 ਗੁਣਾ 3। ਅੱਗੇ ਤੁਹਾਡੇ ਕੋਲ ਨਿਸ਼ਾਨ ਮਾਈਨਸ ਦਾ ਹੈ, ਮਾਈਨਸ ਦਾ ਨਿਸ਼ਾਨ ਲੱਗ ਗਿਆ। ਉਸ ਤੋਂ ਬਾਅਦ 12 ਦੀ ਭਾਗ ਕੀਤੀ ਗਈ 48 ਨਾਲ, ਤੁਹਾਡੇ ਕੋਲ ਆ ਗਿਆ ਜੀ 4। ਤਾਂ 4 ਦੀ ਗੁਣਾ ਹੋ ਜਾਊਗੀ ਤੁਹਾਡੇ ਕੋਲ ਇੱਥੇ 7 ਨਾਲ, ਤਾਂ 7 ਗੁਣਾ 4। ਹੁਣ ਤੁਸੀਂ ਇਸ ਨੂੰ ਅਗਲੇ ਸਟੈਪ ਦੇ ਵਿੱਚ ਹੱਲ ਕਰ ਸਕਦੇ ਹੋ। ਤਾਂ ਮਾਈਨਸ ਦਾ 45 ਆ ਜਾਊਗਾ 15 3 ਨਾਲ ਗੁਣਾ ਕਰਕੇ, ਤੇ 7 ਚੌਕਾ 28, ਇਹ ਵੀ ਮਾਈਨਸ ਦਾ ਆ ਜਾਊਗਾ ਕਿਉਂਕਿ ਇੱਥੇ ਮਾਈਨਸ ਦਾ ਨਿਸ਼ਾਨ ਲੱਗਿਆ ਹੋਇਆ ਹੈਗਾ। ਉਸ ਤੋਂ ਬਾਅਦ ਵਟੇ ਤੁਹਾਡੇ ਕੋਲ ਚੱਲੀ ਜਾਂਦਾ 48। ਤਾਂ ਚਲੋ ਇਸ ਨੂੰ ਹੱਲ ਕਰ ਲੈਂਦੇ ਹਾਂ। ਮਾਈਨਸ ਦਾ 45 ਤੇ ਮਾਈਨਸ ਦਾ 28, ਤੁਹਾਡੇ ਕੋਲ ਆ ਜਾਊਗਾ -73/48। ਇਹ ਤੁਹਾਡਾ ਹੱਲ ਹੋ ਚੁੱਕਿਆ ਹੈਗਾ ਖੱਬੇ ਪਾਸੇ ਦੇ ਲਈ। ਹੁਣ ਆਪਾਂ ਇਸ ਤੋਂ ਬਾਅਦ ਸੱਜਾ ਪਾਸਾ ਕਰਦੇ ਹਾਂ। ਤਾਂ ਇੱਥੇ ਤੁਹਾਡੇ ਕੋਲ ਬਣ ਜਾਊਗਾ 7/12 -15/16। ਬ੍ਰੈਕਟ ਖੁੱਲ੍ਹਣ ਤੋਂ ਬਾਅਦ ਇਹ ਵਾਲੀ ਜੋ ਮਾਈਨਸ ਹੈ ਤੁਹਾਡੀ, ਇਹ ਪਲੱਸ ਵਿੱਚ ਤਬਦੀਲ ਹੋ ਜਾਊਗੀ। ਇਸ ਕਰਕੇ 7/12 + 15/16। ਯਾਦ ਕਰੋ ਕਿ ਜੋ ਆਪਣੇ ਕੋਲ ਐਲਸੀਐਮ ਆਇਆ ਸੀਗਾ ਉਹ ਸੀ 48, ਤਾਂ ਉਹੀ 48 ਐਲਸੀਐਮ ਆਪਾਂ ਇੱਥੇ ਵਰਤਾਂਗੇ। ਤਾਂ ਐਲਸੀਐਮ ਦੇ ਲਈ ਆਪਾਂ ਥੱਲੇ ਲਾ ਲਿਆ ਜੀ 48 ਨੂੰ। ਉਸ ਤੋਂ ਬਾਅਦ 12 ਦੀ ਭਾਗ ਕੀਤੀ 48 ਨਾਲ, 4 ਆ ਗਿਆ। 4 ਦੀ ਗੁਣਾ ਕੀਤੀ 7 ਦੇ ਨਾਲ, 7 ਚੌਕਾ 28। ਉਸ ਤੋਂ ਬਾਅਦ 16 ਦੀ ਭਾਗ ਕੀਤੀ 48 ਨਾਲ, 3 ਆ ਗਿਆ। 3 ਦੀ ਗੁਣਾ ਕੀਤੀ 15 ਦੇ ਨਾਲ, 15 ਤੀਆ 45। ਇਸ ਤੋਂ ਬਾਅਦ ਆਪਾਂ 28 ਨੂੰ ਤੇ 45 ਨੂੰ ਜੋੜਾਂਗੇ, ਤੁਹਾਡੇ ਕੋਲ ਜੋ ਆਨਸਰ ਬਣੂਗਾ ਉਹ ਬਣੂਗਾ 73/48। ਤਾਂ ਦੇਖੋ ਕਿ ਜੋ ਸੱਜਾ ਪਾਸਾ ਤੁਹਾਡੇ ਕੋਲ ਉੱਥੇ 73/48 ਆ ਰਿਹਾ, ਖੱਬੇ ਪਾਸੇ ਤੁਹਾਡੇ ਕੋਲ ਮਾਈਨਸ ਵਿੱਚ 73/48 ਆ ਰਿਹਾ। ਇਸ ਕਰਕੇ ਬਰਾਬਰ ਨਹੀਂ ਹਨ ਤੇ ਇੱਥੇ ਕਰਮ ਵਟਾਂਦਰਾ ਵੀ ਲਾਗੂ ਨਹੀਂ ਹੋਊਗਾ। ਇਸ ਤੋਂ ਬਾਅਦ ਚੌਥਾ ਸਵਾਲ ਵੀ ਆਪਾਂ ਹੱਲ ਕਰ ਲੈਂਦੇ ਆਂਗੇ। ਮਾਈਨਸ ਦਾ 3/4 ਇਹਦੇ ਵਿੱਚੋਂ ਘਟਾਓ ਕੀਤਾ ਗਿਆ, ਮਾਈਨਸ ਦੇ ਹੀ 5/6 ਨੂੰ। ਇੱਥੇ ਆਪਾਂ ਜਦੋਂ ਵੀ ਬ੍ਰੈਕਟ ਖੋਲਾਂਗੇ ਤਾਂ ਆਹ ਵਾਲੀ ਜੋ ਮਾਈਨਸ ਹੈ ਤੇ ਆਹ ਵਾਲੀ ਮਾਈਨਸ ਹੈ, ਇਹਨਾਂ ਤੋਂ ਪਲੱਸ ਬਣ ਜਾਊਗਾ। ਤਾਂ ਇਹ ਬਣ ਜਾਊਗਾ -3/4 + 5/6। ਇੱਥੇ ਹੁਣ ਆਪਾਂ 6 ਤੇ 4 ਦੋਨਾਂ ਦਾ ਐਲਸੀਐਮ ਕੈਲਕੂਲੇਟ ਕਰ ਲੈਣਾ ਹੈਗਾ। 4 ਤੇ 6 ਦਾ ਐਲਸੀਐਮ ਕੱਢਣ ਦੇ ਲਈ ਦੇਖੋ ਤੁਸੀਂ 2 ਦੇ ਪਹਾੜੇ ਤੇ ਜਾਓਗੇ, ਤੁਹਾਡੇ ਕੋਲ ਆ ਜਾਊਗਾ ਇੱਥੇ 2 ਤੇ 3 ਦੂਣੀ ਹੁੰਦਾ 6। ਤੁਹਾਡੇ ਕੋਲ 3 ਗੁਣਨਖੰਡ ਆ ਗਏ, 2 2 ਤੇ 3। 2 ਦੀ 2 ਨਾਲ ਗੁਣਾ ਕੀਤੀ 4 ਤੇ 4 3 ਨਾਲ ਗੁਣਾ ਕੀਤੀ, ਤੁਹਾਡੇ ਕੋਲ ਜੋ ਐਲਸੀਐਮ ਬਣੂਗਾ ਉਹ ਬਣ ਜਾਊਗਾ ਜੀ 12। ਹੁਣ ਆਪਾਂ ਇਸ ਨੂੰ ਅੱਗੇ ਤੋਰ ਸਕਦੇ ਹਾਂ। 4 ਦੀ ਭਾਗ ਕੀਤੀ ਆਪਾਂ 12 ਦੇ ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਹੋ ਜਾਊਗੀ ਮਾਈਨਸ ਦੇ 3 ਦੇ ਨਾਲ, ਤਾਂ -3 ਦੀ ਗੁਣਾ ਹੋ ਜਾਊਗੀ 3 ਦੇ ਨਾਲ। ਉਸ ਤੋਂ ਬਾਅਦ ਤੁਹਾਡੇ ਕੋਲ ਨਿਸ਼ਾਨ ਆ ਰਿਹਾ ਹੈਗਾ ਪਲੱਸ ਦਾ, ਇੱਥੇ ਵਾਲਾ। ਇਸ ਤੋਂ ਬਾਅਦ ਤੁਸੀਂ 6 ਦੀ ਭਾਗ ਕਰੋਗੇ 12 ਦੇ ਨਾਲ, ਤੁਹਾਡੇ ਕੋਲ ਆ ਜਾਊ 2। 2 ਦੀ ਗੁਣਾ ਹੋ ਜਾਊ 5 ਦੇ ਨਾਲ, ਤਾਂ 2 ਦੀ ਗੁਣਾ ਹੋ ਗਈ ਜੀ 5 ਦੇ ਨਾਲ। ਅਗਲੇ ਵਾਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਉੱਪਰ ਗੁਣਾ ਕਰ ਦੇਣੀ ਹੈ। 3 ਦੀ ਤੇ -3 ਦੀ ਗੁਣਾ ਕਰਕੇ ਤੁਹਾਡੇ ਕੋਲ ਬਣ ਜਾਊ -9। ਫਿਰ 5 ਦੀ 2 ਨਾਲ ਗੁਣਾ ਕੀਤੀ, ਤੁਹਾਡੇ ਕੋਲ ਬਣ ਜਾਊਗਾ +10 ਬਟੇ ਤੁਹਾਡੇ ਕੋਲ ਜੋ ਚੱਲ ਰਿਹਾ ਉਹ ਚੱਲ ਰਿਹਾ ਹੈਗਾ 12। ਤੇ ਇੱਥੇ ਤੁਹਾਡੇ ਕੋਲ 10 ਪਲੱਸ ਦਾ ਸੀ, 9 ਮਾਈਨਸ ਦਾ ਸੀ, ਤੁਹਾਡੇ ਕੋਲ ਬਣ ਜੂ 1/12। ਇਹ ਤੁਸੀਂ ਸੋਲਵ ਕਰ ਚੁੱਕੇ ਹੋ ਖੱਬੇ ਹੱਥ ਦੇ ਲਈ। ਹੁਣ ਆਪਾਂ ਸੱਜਾ ਪਾਸਾ ਜੋ ਉਹ ਵੀ ਸੋਲਵ ਕਰ ਲੈਂਦੇ ਹਾਂ। ਤਾਂ ਇੱਥੇ ਤੁਹਾਡੇ ਕੋਲ -5/6 ਹੈ ਜਿਹੜਾ, ਉਹਦੇ ਵਿੱਚੋਂ ਘਟਾਇਆ ਜਾਊਗਾ -3/4 ਨੂੰ। ਉਸੇ ਤਰ੍ਹਾਂ ਦੇ ਨਾਲ ਤੁਸੀਂ ਬ੍ਰੈਕਟ ਖੋਲ ਲੈਣੀ ਹੈ ਬਿਲਕੁਲ ਫਸਟ ਸਟੈਪ ਦੇ ਵਿੱਚ। ਤੁਹਾਡੇ ਕੋਲ ਇੱਥੇ ਪਲੱਸ ਬਣ ਜਾਊਗਾ 3/4 ਦੇ ਮੂਰੇ। ਤੁਹਾਨੂੰ ਪਤਾ ਕਿ 6 ਤੇ 4 ਦੋਨਾਂ ਦਾ ਐਲਸੀਐਮ ਜਦੋਂ ਬਣੂਗਾ ਤਾਂ ਉਹ 12 ਬਣੂਗਾ। ਖੱਬੇ ਪਾਸੇ ਦੇ ਵਿੱਚ ਵੀ ਆਪਾਂ ਵਰਤਿਆ ਸੀ, ਤਾਂ ਆਪਾਂ ਇੱਥੇ 12 ਲਗਾ ਲੈਂਦੇ ਹਾਂ। ਹੁਣ 6 ਦੀ ਭਾਗ ਕੀਤੀ ਆਪਾਂ 12 ਦੇ ਨਾਲ, 2 ਆ ਗਿਆ।
2 ਦੀ ਗੁਣਾ ਕੀਤੀ -5 ਦੇ ਨਾਲ ਤੁਹਾਡੇ ਕੋਲ ਆ ਗਿਆ -10। ਉਸੇ ਤਰ੍ਹਾਂ ਨਾਲ 4 ਦੀ ਭਾਗ ਕੀਤੀ 12 ਦੇ ਨਾਲ ਤੁਹਾਡੇ ਕੋਲ ਆ ਗਿਆ 3 ਦੀ ਗੁਣਾ ਕਰਤੀ 3 ਦੇ ਨਾਲ ਤੁਹਾਡੇ ਕੋਲ ਆ ਗਿਆ 9। ਹਾਂਜੀ, ਹੁਣ ਤੁਹਾਡੇ ਕੋਲ -10 ਹੈ ਤੇ +9 ਹੈ, ਇਸ ਕਰਕੇ ਤੁਹਾਡੇ ਕੋਲ ਬਚ ਜੂਗਾ -1 ਵਟੇ ਤੁਹਾਡੇ ਕੋਲ ਚੱਲ ਰਿਹਾ 12। ਇਹ -1/12 ਤੁਹਾਡੇ ਕੋਲ ਬਣ ਗਿਆ ਸੱਜੇ ਪਾਸੇ। ਖੱਬੇ ਪਾਸੇ ਤੁਹਾਡੇ ਕੋਲ ਬਣਿਆ ਹੋਇਆ ਹੈਗਾ 1/12। ਇਹ ਦੋਨੇ ਪਾਸੇ ਬਰਾਬਰ ਨਹੀਂ ਹਨ, ਕਾਰਮ ਵਟਾਂਦਰਾ ਇੱਥੇ ਲਾਗੂ ਨਹੀਂ ਹੋਊਗਾ। ਕੁਐਸਚਨ ਤੀਜੇ ਦੇ ਵਿੱਚ ਆਪਾਂ ਨੂੰ ਜਾਂਚ ਕਰਨ ਦੇ ਲਈ ਕਿਹਾ ਗਿਆ ਹੈ ਤੇ ਇਹ ਜੋ ਗੁਣ ਹੈਗਾ, ਇਹ ਗੁਣ ਨੂੰ ਵੀ ਆਪਾਂ ਪਿਛਲੀ ਨੰਬਰੀ ਦੇ ਵਿੱਚ ਕਰ ਚੁੱਕੇ ਹਾਂ, ਜਿਸ ਦਾ ਨਾਮ ਸੀ ਸਹਿਚਾਰਤਾ। ਇਹਦੇ ਵਿੱਚ ਵੀ ਆਪਾਂ ਦੋ ਪਾਸੇ ਕੱਢਿਆ ਕਰਾਂਗੇ, ਖੱਬਾ ਪਾਸਾ ਤੇ ਸੱਜਾ ਪਾਸਾ। ਕੁਐਸਚਨ ਪਹਿਲਾਂ ਕਰਕੇ ਦੇਖਦੇ ਹਾਂ ਆਪਾਂ। ਤਾਂ ਖੱਬਾ ਪਾਸਾ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਇੱਧਰ ਸੱਜਾ ਪਾਸਾ ਕਰ ਲਵਾਂਗੇ। ਖੱਬੇ ਪਾਸੇ ਦੇ ਵਿੱਚ ਆਪਾਂ ਨੂੰ x - y ਨੂੰ ਪਹਿਲਾਂ ਕਰਨ ਲਈ ਕਿਹਾ ਗਿਆ, ਫਿਰ ਉਸ ਦੇ ਵਿੱਚੋਂ -z ਕਰਨ ਲਈ ਬਾਅਦ ਚੋਂ ਕਿਹਾ ਗਿਆ। ਤਾਂ ਇਹ x ਤੇ y ਦੀ ਮਾਈਨਸ ਹੋ ਰਹੀ ਹੈ, ਇਹਦੇ ਵਿੱਚੋਂ ਫਿਰ ਬਾਅਦ ਚੋਂ ਮਾਈਨਸ ਕੀਤਾ ਜਾਊਗਾ z ਨੂੰ, ਮਤਲਬ 2/3 ਨੂੰ। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਪਹਿਲਾਂ ਇਹ ਵਾਲੀ ਜੋ ਬ੍ਰੈਕਟ ਹੈ ਇਸ ਨੂੰ ਹੱਲ ਕਰ ਲਈਏ। ਤਾਂ ਦੇਖੋ ਇਹ ਜੋ ਮਾਈਨਸ ਹੈ ਤੇ ਆ ਅੰਦਰ ਵਾਲੀ ਮਾਈਨਸ ਹੈ, ਬ੍ਰੈਕਟ ਖੁੱਲਣ ਤੋਂ ਬਾਅਦ ਇਹ ਮਿਲ ਕੇ ਪਲੱਸ ਬਣਾ ਦੇਣਗੀਆਂ। ਤਾਂ -7/12 + 3/4, ਹਲੇ ਵੀ ਇੱਕ ਬੰਦ ਸਕੁਅਰ ਬ੍ਰੈਕਟ ਦੇ ਵਿੱਚ ਹੈ, ਫਿਰ ਤੁਹਾਡੇ ਕੋਲ ਮਾਈਨਸ ਹੋਊਗੀ 2/3 ਦੀ। ਤਾਂ ਅਗਲੇ ਸਟੈਪ ਦੇ ਵਿੱਚ ਦੇਖੋ ਤੁਸੀਂ 12 ਤੇ 4 ਦਾ ਐਲਸੀਐਮ ਹੈ ਜਿਹੜਾ ਉਹ ਕੱਢ ਸਕਦੇ ਹੋ ਸਾਈਡ ਦੇ ਉੱਤੇ। ਤਾਂ ਇਸ ਨੂੰ ਅਗਰ ਆਪਾਂ 4 ਦੇ ਪਹਾੜੇ ਤੇ ਦੇਖੀਏ ਤਾਂ 3 ਚੌਕੀ 12 ਤੇ ਇੱਥੇ ਆ ਗਿਆ ਤੁਹਾਡੇ ਕੋਲ 1। ਤਾਂ ਦੇਖਿਆ ਜਾਵੇ ਤਾਂ ਤੁਹਾਡੇ ਕੋਲ 2 ਗੁਣਨਖੰਡ ਬਣ ਗਏ, 4 ਤੇ 3। 4 ਤੀਏ ਮਤਲਬ ਤੁਹਾਡੇ ਕੋਲ ਆ ਜਾਊਗਾ 12। ਤਾਂ 12 ਤੁਹਾਡਾ ਐਲਸੀਐਮ ਬਣ ਗਿਆ। ਹੁਣ 12 ਦੀ 12 ਨਾਲ ਭਾਗ ਕੀਤੀ 1 ਆ ਗਿਆ, 1 ਦੀ ਗੁਣਾ ਕਰਤੀ -7 ਨਾਲ ਤੁਹਾਡੇ ਕੋਲ ਆ ਗਿਆ -7। ਪਲੱਸ ਕੀ ਚੱਲੀ ਜਾਂਦਾ ਤੁਹਾਡੇ ਕੋਲ 4 ਦੀ ਭਾਗ ਕੀਤੀ ਤੁਸੀਂ 12 ਦੇ ਨਾਲ ਤੁਹਾਡੇ ਕੋਲ ਆ ਗਿਆ 3 ਦੀ ਗੁਣਾ ਕੀਤੀ 3 ਨਾਲ ਤੁਹਾਡੇ ਕੋਲ ਆ ਗਿਆ 9। ਇਹ ਸਾਰਾ ਤੁਹਾਡੇ ਕੋਲ ਚੱਲੀ ਜਾਂਦਾ ਸਿਸਟਮ ਹਲੇ ਵੀ ਬ੍ਰੈਕਟ ਦੇ ਵਿੱਚ, ਤੇ 2/3 ਦੀ ਆਪਾਂ ਮਾਈਨਸ ਹਲੇ ਨਹੀਂ ਕੀਤੀ। ਅਗਲੇ ਸਟੈਪ ਦੇ ਵਿੱਚ ਪਲੱਸ ਦਾ 9 ਸੀ ਤੇ -7 ਸੀ, ਤੁਹਾਡੇ ਕੋਲ ਆ ਗਿਆ ਜੀ 2, ਤੇ 2 ਦੇ ਵਟਾ ਆ ਗਿਆ ਤੁਹਾਡੇ ਕੋਲ 12, ਮਾਈਨਸ ਤੁਹਾਡੇ ਕੋਲ ਆ ਗਿਆ 2/3। ਹੁਣ ਅਗਰ ਅਸੀਂ ਇਸ ਨੂੰ ਕੱਟ ਦਈਏ 2 ਦੇ ਪਹਾੜੇ ਤੇ ਤਾਂ ਇਹ ਕੱਟ ਕੇ ਆਜੂ 1/6, ਮਤਲਬ ਕਿ ਤੁਹਾਡੇ ਕੋਲ ਬਣ ਗਿਆ 1/6 - 2/3। ਹੁਣ 6 ਤੇ 3 ਦਾ ਜਦੋਂ ਆਪਾਂ ਐਲਸੀਐਮ ਕੱਢਾਂਗੇ, 3 ਦੇ ਪਹਾੜੇ ਤੇ ਕਰੋ, ਇੱਥੇ ਆ ਜਾਊਗਾ 2, ਇੱਥੇ ਆ ਜਾਊਗਾ 1, 2 ਹੀ ਗੁਣਨਖੰਡ ਬਣੇ 3 ਤੇ 2 ਦਾ, ਤੇ 3 × 2 ਕਰੋਗੇ ਤਾਂ ਤੁਹਾਡੇ ਕੋਲ ਐਲਸੀਐਮ ਬਣ ਜਾਊਗਾ 6। ਤਾਂ ਇਹਨਾਂ ਦਾ ਐਲਸੀਐਮ ਆਪਾਂ 6 ਲਗਾ ਲੈਂਦੇ ਆ। ਹੁਣ 6 ਦੀ 6 ਨਾਲ ਭਾਗ ਕੀਤੀ 1 ਆ ਗਿਆ, 1 ਨੂੰ 1 ਨਾਲ ਗੁਣਾ ਕੀਤੀ ਤੁਹਾਡੇ ਕੋਲ ਫਿਰ 1 ਆ ਗਿਆ, ਅੱਗੇ ਨਿਸ਼ਾਨ ਮਾਈਨਸ ਦਾ ਹੈਗਾ ਆਹ ਵਾਲਾ। ਹੁਣ ਤੁਹਾਡੇ ਕੋਲ 3 ਦੀ ਭਾਗ ਕੀਤੀ 6 ਨਾਲ ਤੁਹਾਡੇ ਕੋਲ ਆ ਗਿਆ 2, 2 ਦੀ ਗੁਣਾ ਕੀਤੀ 2 ਦੇ ਨਾਲ ਤੁਹਾਡੇ ਕੋਲ ਆ ਗਿਆ ਜੀ 4। ਇਹਨੂੰ ਜੋ ਤੁਸੀਂ ਹੱਲ ਕਰੋਗੇ ਤਾਂ 1 ਤੁਹਾਡੇ ਕੋਲ ਪਲੱਸ ਦਾ ਤੇ 4 ਤੁਹਾਡੇ ਕੋਲ ਮਾਈਨਸ ਦਾ, ਇਹ ਬਣ ਜਾਊਗਾ -3/6। ਇਹਨੂੰ ਜਦੋਂ ਤੁਸੀਂ 3 ਦੇ ਪਹਾੜੇ ਤੇ ਕੱਟੋਗੇ ਤਾਂ ਤੁਹਾਡੇ ਕੋਲ ਬਣ ਜਾਊਗਾ -1/2। ਇਹ ਜੋ ਤੁਹਾਡਾ ਆਨਸਰ ਹੈ ਇਹ ਬਣ ਗਿਆ ਤੁਹਾਡੇ ਕੋਲ ਖੱਬੇ ਹੱਥ ਦਾ। ਇਸੇ ਤਰ੍ਹਾਂ ਨਾਲ ਆਪਾਂ ਨੂੰ ਸੱਜਾ ਪਾਸਾ ਕਰਨਾ ਪਊਗਾ। ਸੱਜੇ ਪਾਸੇ ਵਿੱਚ ਕਿਹਾ ਗਿਆ ਹੈ ਕਿ x y ਤੇ ਜੋ ਪਹਿਲਾਂ ਮਾਈਨਸ ਕਰਨੀ ਹੈ ਅਸੀਂ ਉਹ y ਤੇ z ਦੀ ਕਰਨੀ ਹੈ। ਇਸ ਕਰਕੇ ਜਦੋਂ ਆਪਾਂ ਮੁੱਲ ਭਰਾਂਗੇ ਤਾਂ -7/12 ਥੋੜਾ ਜਿਹਾ ਸਾਈਡ ਤੇ ਰਹਿ ਜਾਊਗਾ, ਫਿਰ ਜੋ ਮਾਈਨਸ ਹੋਊਗੀ ਉਸ ਤੋਂ ਬਾਅਦ ਆਪਾਂ ਕਰਾਂਗੇ -3/4 ਤੇ ਮਾਈਨਸ ਕਰਾਂਗੇ ਉਸ ਤੋਂ ਬਾਅਦ ਆਪਾਂ 2/3 ਨੂੰ। ਤਾਂ ਇਹ ਵਾਲਾ ਸਿਸਟਮ ਪਹਿਲਾਂ ਸੋਲਵ ਹੋਊਗਾ। -7/12 ਨੂੰ ਐਂ ਰੱਖ ਲਿਆ। ਇੱਥੇ ਤੁਹਾਡੇ ਕੋਲ 4 ਤੇ 3 ਇਹਨਾਂ ਦੇ ਵਿੱਚ ਕੋਈ ਵੀ ਫੈਕਟਰ ਸਾਂਝਾ ਨਹੀਂ ਹੈਗਾ, ਇਸ ਕਰਕੇ ਤੁਹਾਡਾ ਇਹਨਾਂ ਦਾ ਐਲਸੀਐਮ ਬਣੂਗਾ 12। ਇਸ ਨੂੰ ਆਪਾਂ ਤਿਤਲੀ ਵਿਧੀ ਵੀ ਲਗਾ ਸਕਦੇ ਹਾਂ ਇੱਥੇ, ਇਸ ਕਰਕੇ ਆਪਾਂ ਥੱਲੇ ਲਗਾ ਲਿਆ ਇਹਦੇ 12। ਇਹਨੂੰ ਆਪਾਂ ਕਰਤਾ ਬ੍ਰੈਕਟ ਦੇ ਵਿੱਚ ਬੰਦ। ਹੁਣ -3 ਦੀ ਗੁਣਾ ਇੱਧਰ ਕਰ ਦੋ 3 ਦੇ ਨਾਲ, ਤੁਹਾਡੇ ਕੋਲ ਆ ਗਿਆ -9 ਵਿਚਾਲੇ, ਫਿਰ ਤੁਹਾਡੇ ਕੋਲ ਮਾਈਨਸ ਆ ਰਹੀ ਹੈ, ਫਿਰ 2 ਦੀ ਗੁਣਾ ਕਰਤੀ ਇੱਧਰ 4 ਦੇ ਨਾਲ, 4 ਦੂਣੀ 8। ਅਗਲੇ ਸਟੈਪ ਦੇ ਵਿੱਚ -7/12 ਐਂ ਆ ਜਾਊਗਾ, ਬਾਹਰ ਵਾਲੀ ਮਾਈਨਸ ਇਸੇ ਤਰ੍ਹਾਂ ਪਈ ਹੈ, ਅੰਦਰ ਤੁਹਾਡੇ ਕੋਲ -9 ਤੇ -8 ਹੈ ਜੋ ਕਿ ਜੁੜ ਕੇ ਬਣ ਜਾਊਗਾ -17/12। ਹੁਣ ਤੁਹਾਡੇ ਕੋਲ ਇੱਥੇ ਅੰਦਰ ਵੀ ਮਾਈਨਸ ਆ ਰਹੀ ਹੈ ਤੇ ਬਾਹਰ ਵੀ ਮਾਈਨਸ ਆ ਰਹੀ ਹੈ, ਇਸ ਕਰਕੇ ਅਗਲੇ ਸਟੈਪ ਦੇ ਵਿੱਚ ਇੱਥੇ ਬਣ ਜਾਊਗਾ ਪਲੱਸ। ਤਾਂ -7/12 + 17/12। ਹੁਣ ਇਸ ਨੂੰ ਹੱਲ ਕਰਨਾ ਬਹੁਤ ਹੀ ਆਸਾਨ ਹੈਗਾ। ਥੱਲੇ ਤੁਹਾਡੇ ਕੋਲ 12 ਆ ਰਿਹਾ, ਇਸ ਕਰਕੇ ਤੁਹਾਡਾ ਐਲਸੀਐਮ ਹੈ ਜੋ ਉਹ 12 ਹੀ ਆ ਜਾਊਗਾ, ਤੇ ਉੱਪਰ ਤੁਹਾਡੇ ਕੋਲ ਜੋ ਵੀ ਰਕਮਾਂ ਨੇ ਉਹ ਸਿੰਪਲੀ ਜੁੜ ਜਾਣਗੀਆਂ। ਇੱਥੇ ਅਗਰ ਤੁਸੀਂ ਇਸ ਨੂੰ ਕੈਲਕੂਲੇਟ ਕਰੋਗੇ ਤਾਂ -7 ਹੈ ਤੇ +17 ਹੈ, ਤੁਹਾਡੇ ਕੋਲ ਆ ਜਾਊਗਾ ਜੀ +10 ਬਟੇ ਤੁਹਾਡੇ ਕੋਲ ਚੱਲ ਰਿਹਾ 12। ਤਾਂ 10/12 ਤੁਹਾਡਾ ਆਨਸਰ ਹੈ ਸੱਜੇ ਪਾਸੇ ਦਾ, ਤੇ ਖੱਬੇ ਪਾਸੇ ਦਾ ਹੈ -1/2। ਇਹ ਦੋਵੇਂ ਪਾਸੇ ਬਰਾਬਰ ਨਹੀਂ ਹਨ ਤੇ ਸਹਿਚਾਰਤਾ ਗੁਣ ਨਹੀਂ ਲੱਗੂਗਾ। ਦੂਜਾ ਸਵਾਲ ਕਰ ਲੈਣੇ ਇਸ ਤੋਂ ਬਾਅਦ ਆਪਾਂ ਹੱਲ। ਤਾਂ ਤੁਹਾਡੇ ਕੋਲ ਖੱਬੇ ਪਾਸੇ 3/8 ਆ ਗਿਆ, ਇਸ ਦੇ ਵਿੱਚੋਂ ਮਾਈਨਸ ਕਰਾਂਗੇ ਆਪਾਂ -2/5 ਨੂੰ, ਇਸ ਕਰਕੇ ਇਹ ਸਾਰਾ ਸਿਸਟਮ ਇੱਕ ਸਕੁਅਰ ਬ੍ਰੈਕਟ 'ਚ ਪਹਿਲਾਂ ਹੱਲ ਹੋਊਗਾ। ਮਾਈਨਸ ਤੁਹਾਡੇ ਕੋਲ ਆ ਰਿਹਾ z ਜੋ ਕਿ ਹੈ ਖੁਦ -7/10। ਇਹ ਤੁਹਾਡਾ ਖੱਬਾ ਹੱਥ ਹੋ ਗਿਆ। ਇੱਥੇ ਤੁਹਾਡੇ ਕੋਲ ਇਹ ਵਾਲੀ ਬ੍ਰੈਕਟ ਖੁੱਲਣ ਤੋਂ ਬਾਅਦ ਇਹ ਦੋਨੇ ਮਾਈਨਸਾਂ ਤੋਂ ਪਲੱਸ ਬਣ ਜੂਗੀ, 3/8 ਪਲੱਸ ਤੁਹਾਡੇ ਕੋਲ ਬਣ ਜੂਗਾ ਜੀ 2/5, ਮਾਈਨਸ ਤੁਹਾਡੇ ਕੋਲ ਚੱਲੀ ਜਾਂਦਾ ਹੈ। ਆਹ ਵਾਲੀ ਬ੍ਰੈਕਟ ਤੇ ਆਹ ਵਾਲੀ ਬ੍ਰੈਕਟ ਦੀ ਜਦੋਂ ਮਾਈਨਸ ਓਪਨ ਹੋਊਗੀ
ਤਾਂ ਇਹ ਵੀ ਪਲੱਸ ਬਣ ਕੇ ਹੋ ਜਾਊਗਾ 7/10। ਤਾਂ ਹੁਣ ਇੱਥੇ ਅਗਰ ਤੁਸੀਂ ਦੇਖਣਾ ਹੋਵੇ ਇਹਨਾਂ ਦੋਨਾਂ ਨੂੰ 8 ਨੂੰ ਤੇ 5 ਨੂੰ, ਤੇ ਇਹਨਾਂ ਵਿੱਚ ਕੋਈ ਵੀ ਫੈਕਟਰ ਸਾਂਝਾ ਨਹੀਂ ਹੈਗਾ, ਕਿਸੇ ਵੀ ਪਹਾੜੇ ਤੇ ਦੋਨੇ ਚੀਜ਼ਾਂ ਨਹੀਂ ਆ ਸਕਦੀਆਂ। ਇਸ ਕਰਕੇ ਇੱਥੇ ਐਲਸੀਐਮ ਮੈਥਡ ਲਗਾ ਲਓ ਚਾਹੇ ਤਿਤਲੀ ਵਿਧੀ ਲਗਾ ਲਓ, ਇੱਕੋ ਗੱਲ ਹੈ। ਤਾਂ ਆਪਾਂ ਤਿਤਲੀ ਵਿਧੀ ਕਹਿ ਦਿੰਦੇ ਹਾਂ ਨੂੰ, ਵੈਸੇ ਐਲਸੀਐਮ ਮੈਥਡ ਹੀ ਹੈ ਇਹ। ਤਾਂ ਇੱਥੇ ਤੁਸੀਂ ਇਹਨਾਂ ਦੀ ਗੁਣਾ ਕਰ ਦਿਓ, 8 5 ਆ ਤੁਹਾਡੇ ਕੋਲ ਬਣ ਗਿਆ 40। ਉਸ ਤੋਂ ਬਾਅਦ 3 ਦੀ ਗੁਣਾ 5 ਦੇ ਨਾਲ, 5 ਤੀਏ ਤੁਹਾਡੇ ਕੋਲ ਬਣ ਗਿਆ 15। ਫਿਰ ਪਲੱਸ ਉਸ ਤੋਂ ਬਾਅਦ 2 ਦੀ ਗੁਣਾ ਕੀਤੀ ਤੁਸੀਂ 8 ਦੇ ਨਾਲ, ਤੁਹਾਡੇ ਕੋਲ ਆ ਗਿਆ 16। ਇਹ ਤੁਹਾਡਾ ਸਾਰਾ ਜੋ ਸਿਸਟਮ ਹੈ ਇਹ ਬ੍ਰੈਕਟ 'ਚ ਚੱਲਿਆ ਜਾ ਰਿਹਾ ਹੈਗਾ, ਤੇ ਉਸ ਤੋਂ ਬਾਅਦ ਪਲੱਸ ਤੁਹਾਡੇ ਕੋਲ ਹੋ ਜਾਊਗਾ 7/10। ਅਗਲੇ ਸਟੈਪ ਤੇ ਅਗਰ ਆਪਾਂ ਆਈਏ ਤਾਂ 15 ਤੇ 16 ਨੂੰ ਇੱਥੇ ਤੁਸੀਂ ਜੋੜੋਗੇ, ਤੁਹਾਡੇ ਕੋਲ ਬਣ ਜਾਊਗਾ 31। 31 ਦੇ ਬਟਾ ਤੁਹਾਡੇ ਕੋਲ ਚੱਲ ਰਿਹਾ 40, ਪਲੱਸ ਤੁਹਾਡੇ ਕੋਲ ਆ ਗਿਆ 7 ਤੇ ਬਟਾ ਤੁਹਾਡੇ ਕੋਲ ਆ ਗਿਆ 10। ਹੁਣ ਇੱਥੇ 40 ਤੇ 10 ਇਹਨਾਂ ਦੋਨਾਂ ਦਾ ਤੁਸੀਂ ਕੱਢੋਗੇ ਜੀ ਐਲਸੀਐਮ। 40 ਤੇ 10 ਦਾ ਐਲਸੀਐਮ ਕੱਢਣਾ ਆਪਾਂ ਆਸਾਨ ਹੀ ਹੈ, 10 ਦੇ ਪਹਾੜੇ ਦੇ ਨਾਲ ਕੱਢ ਸਕਦੇ ਹਾਂਗੇ। 10 ਦੇ ਪਹਾੜੇ ਤੇ ਕੀਤਾ ਤਾਂ ਇੱਥੇ ਤੁਹਾਡੇ ਕੋਲ ਆ ਗਿਆ ਜੀ 4, ਇੱਥੇ ਤੁਹਾਡੇ ਕੋਲ ਆ ਗਿਆ 1, ਤਾਂ ਦੋ ਹੀ ਫੈਕਟਰ ਹੈ 10 ਤੇ 4। ਇਹਦਾ ਮਤਲਬ 10 ਨੂੰ 4 ਨਾਲ ਗੁਣਾ ਕੀਤੀ ਤੁਹਾਡੇ ਕੋਲ ਐਲਸੀਐਮ ਬਣ ਜਾਊਗਾ 40। ਤਾਂ ਅਗਲੇ ਸਟੈਪ 'ਚ ਆਪਾਂ ਇਸ ਨੂੰ ਵਰਤ ਹੀ ਲੈਂਦੇ ਹਾਂ। 40 ਤੁਹਾਡੇ ਕੋਲ ਆ ਗਿਆ ਐਲਸੀਐਮ। ਹੁਣ 40 ਨੂੰ 40 ਨਾਲ ਭਾਗ ਕੀਤੀ 1, 1 ਨੂੰ 31 ਨਾਲ ਗੁਣਾ ਕੀਤੀ 31, ਪਲੱਸ ਉਸ ਤੋਂ ਬਾਅਦ 10 ਨੂੰ ਭਾਗ ਕੀਤੀ 40 ਦੇ ਨਾਲ 4 ਆ ਗਿਆ, 4 ਦੀ ਗੁਣਾ ਕੀਤੀ 7 ਦੇ ਨਾਲ ਤਾਂ ਆ ਗਿਆ 28। ਅੱਗੇ ਤੁਸੀਂ ਜਦੋਂ ਇਸ ਨੂੰ ਜੋੜੋਗੇ 31 ਨੂੰ ਤੇ 28 ਨੂੰ, ਤੁਹਾਡੇ ਕੋਲ ਆਨਸਰ ਆ ਜਾਊਗਾ 59/40। ਇਹ ਸੋਲੂਸ਼ਨ ਹੈ ਤੁਹਾਡੇ ਖੱਬੇ ਹੱਥ ਵਾਲੇ ਪਾਸੇ ਦੇ ਲਈ। ਸੱਜਾ ਪਾਸਾ ਵੀ ਇਸ ਤੋਂ ਬਾਅਦ ਆਪਾਂ ਹੱਲ ਕਰ ਲੈਂਦੇ ਹੈਗੇ, 3/8 ਉਸ ਤਰ੍ਹਾਂ ਨਾਲ ਹੀ ਰਹਿ ਜਾਊਗਾ। ਫਿਰ ਤੁਹਾਡੇ ਕੋਲ ਆ ਰਹੀ ਹੈ ਮਾਈਨਸ, ਉਸ ਤੋਂ ਬਾਅਦ ਤੁਹਾਡੇ ਕੋਲ ਬਣੂਗੀ ਬ੍ਰੈਕਟ। ਬ੍ਰੈਕਟ ਦੇ ਵਿੱਚ -2/5 ਤੁਹਾਡੀ ਪਹਿਲੀ ਰਕਮ ਹੈ ਜੋ ਕਿ y ਹੈ, ਉਸ ਤੋਂ ਬਾਅਦ ਮਾਈਨਸ ਲੱਗੂਗੀ। ਫਿਰ ਛੋਟੀ ਬ੍ਰੈਕਟ ਦੇ ਵਿੱਚ ਤੁਹਾਡੇ ਕੋਲ ਆ ਜਾਊਗਾ -7/10 ਜੋ ਕਿ ਤੁਹਾਨੂੰ ਬ੍ਰੈਕਟ ਓਪਨ ਕਰਨੀ ਪੈਣੀ ਹੈ। ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ 3/8 ਉਵੇਂ ਹੀ ਆ ਜਾਣਾ ਹੈਗਾ। ਫਿਰ ਤੁਹਾਡੇ ਕੋਲ ਆਊਗੀ -2/5 ਹੈ ਜੋ ਉਹਦੀ ਕਾਵ ਦੀ ਮਾਈਨਸ ਸੀ, ਤੇ ਆਹ ਮਾਈਨਸ ਤੁਹਾਡੇ ਕੋਲ ਬਣ ਜਾਊਗਾ ਪਲੱਸ, ਕਿਉਂਕਿ ਬ੍ਰੈਕਟ ਹੁਣ ਓਪਨ ਹੋ ਗਈ ਹੈ, ਤਾਂ 7/10 ਬਣ ਜਾਊਗਾ ਇਸ ਤਰ੍ਹਾਂ ਦੇ ਨਾਲ। ਤੁਹਾਨੂੰ ਅਗਲੇ ਸਟੈਪ ਦੇ ਵਿੱਚ ਆਪਾਂ ਸੋਲਵ ਕਰ ਲੈਣੇ ਹੈਗੇ। 3/8 ਹੋ ਜਾਊਗਾ, ਅੱਗੇ ਮਾਈਨਸ ਹੈਗੀ, ਇੱਥੇ ਤੁਹਾਡੇ ਕੋਲ ਜੋ 5 ਹੈ ਤੇ 10 ਹੈ ਦਾ ਐਲਸੀਐਮ ਲਾਓਗੇ ਤਾਂ ਤੁਹਾਡੇ ਕੋਲ ਐਲਸੀਐਮ 10 ਆ ਜਾਊਗਾ, ਤੁਸੀਂ ਖੁਦ ਕਰਕੇ ਦੇਖ ਸਕਦੇ ਹੋਗੇ। ਤਾਂ ਹੁਣ 5 ਦੀ ਭਾਗ ਕਰਾਂਗੇ 10 ਦੇ ਨਾਲ 2 ਆ ਜਾਊਗਾ, 2 ਦੀ ਗੁਣਾ ਕਰਾਂਗੇ -2 ਦੇ ਨਾਲ ਤੁਹਾਡੇ ਕੋਲ ਆ ਜਾਊ -4। ਫਿਰ 10 ਦੀ ਭਾਗ ਕੀਤੀ 10 ਦੇ ਨਾਲ ਤੁਹਾਡੇ ਕੋਲ ਆ ਗਿਆ 1, 1 ਦੀ ਗੁਣਾ ਕਰੋਗੇ 7 ਦੇ ਨਾਲ ਤੁਹਾਡੇ ਕੋਲ ਆ ਜਾਊਗਾ 7। ਨੈਕਸਟ ਸਟੈਪ ਦੇ ਵਿੱਚ 3/8 ਇਸੇ ਤਰ੍ਹਾਂ ਨਾਲ ਚੱਲਿਆ ਜਾ ਰਿਹਾ ਹੈਗਾ, ਮਾਈਨਸ ਆ ਜਾਊਗੀ, ਅੰਦਰ ਤੁਹਾਡੇ ਕੋਲ ਬ੍ਰੈਕਟ ਦੇ -4 ਤੇ +7 ਹੈ, ਤੁਹਾਡੇ ਕੋਲ ਬਣ ਜੂ ਜੀ 3 ਬਟਾ ਤੁਹਾਡੇ ਕੋਲ ਚੱਲੀ ਜਾਂਦਾ 10। ਤਾਂ ਕੁੱਲ ਮਿਲਾ ਕੇ ਇਹ ਵਾਲਾ ਸਵਾਲ ਬਣ ਰਿਹਾ ਆਪਣੇ ਕੋਲ। ਹੁਣ ਇਸ ਨੂੰ ਆਪਾਂ 8 ਤੇ 10 ਦਾ ਐਲਸੀਐਮ ਲੈ ਕੇ ਹੱਲ ਕਰ ਸਕਦੇ ਹਾਂ। 8 ਦਾ ਤੇ 10 ਦਾ ਐਲਸੀਐਮ ਅਗਰ ਆਪਾਂ ਲਈਏ, ਪਹਿਲਾਂ 2 ਦੇ ਪਹਾੜੇ ਉੱਤੇ ਇੱਧਰ ਆ ਜਾਓ ਤੁਹਾਡੇ ਕੋਲ 4, ਇੱਧਰ ਆ ਜਾਓ ਤੁਹਾਡੇ ਕੋਲ 5, ਗੁਣਨਖੰਡ ਆ ਗਏ 2 4 ਤੇ 5। ਤਾਂ 2 ਨੂੰ ਗੁਣਾ ਕੀਤੀ 4 ਦੇ ਨਾਲ ਤੇ ਫਿਰ ਕੀਤੀ 5 ਦੇ ਨਾਲ, 4 ਦੂਣੀ 8, 8 5 40, 40 ਐਲਸੀਐਮ ਆ ਜਾਊਗਾ ਤੁਹਾਡਾ ਇਸ ਸਮ ਦਾ। ਤਾਂ ਇੱਥੇ ਆਪਾਂ 40 ਲਗਾ ਲਿਆ। ਹੁਣ 8 ਨੂੰ 40 ਨਾਲ ਭਾਗ ਕੀਤੀ 5, 5 ਦੀ 3 ਨਾਲ ਗੁਣਾ ਕੀਤੀ ਤੁਹਾਡੇ ਕੋਲ ਆ ਗਿਆ 15। ਉਸ ਤੋਂ ਬਾਅਦ ਤੁਹਾਡੇ ਕੋਲ ਨਿਸ਼ਾਨ ਆ ਰਿਹਾ ਮਾਈਨਸ ਦਾ। ਫਿਰ 10 ਦੀ ਭਾਗ ਕੀਤੀ 40 ਨਾਲ 4 ਆ ਗਿਆ, 4 ਦੀ ਗੁਣਾ ਕੀਤੀ 3 ਦੇ ਨਾਲ, 4 ਤੀਏ 12। ਤਾਂ 15 ਚੋਂ 12 ਕੱਢ ਕੇ ਤੁਹਾਡੇ ਕੋਲ ਆ ਜਾਊਗਾ 3 ਬਟੇ ਆ ਜਾਊਗਾ ਜੀ 40। ਤਾਂ ਦੇਖੋ ਕਿ ਖੱਬੇ ਪਾਸੇ ਦੇ ਲਈ ਤੁਹਾਡੇ ਕੋਲ ਆ ਰਿਹਾ ਸੀ 59/40, ਸੱਜੇ ਪਾਸੇ ਦੇ ਲਈ ਤੁਹਾਡੇ ਕੋਲ ਆ ਰਿਹਾ 3/40। ਇਹ ਦੋਨੇ ਪਾਸੇ ਇੱਕ ਦੂਸਰੇ ਦੇ ਨਾਲ ਬਰਾਬਰ ਨਹੀਂ ਹਨ, ਇਸ ਕਰਕੇ ਇੱਥੇ ਵੀ ਸਹਿਚਾਰਤਾ ਦਾ ਗੁਣ ਨਹੀਂ ਲੱਗੂਗਾ। ਇਸ ਤੋਂ ਬਾਅਦ ਆਪਾਂ ਤੀਸਰਾ ਸਵਾਲ ਕਰ ਲੈਂਦੇ ਹਾਂ। ਖੱਬੇ ਹੱਥ ਦੇ ਲਈ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਊਗਾ ਜੀ -1/2, ਫਿਰ ਉਸ ਵਿੱਚੋਂ ਮਾਈਨਸ ਕੀਤਾ ਜਾਊਗਾ -5/4 ਨੂੰ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਸਾਰਾ ਸਿਸਟਮ ਇੱਕ ਸਕੁਆਇਰ ਬ੍ਰੈਕਟ ਦੇ ਵਿੱਚ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਮਾਈਨਸ ਹੋ ਜਾਊਗਾ 3/8। ਅਗਰ ਆਪਾਂ ਸੱਜੇ ਪਾਸੇ ਦੇਖੀਏ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ x ਆ ਜਾਊਗਾ -1/2, ਫਿਰ ਉਸ ਤੋਂ ਬਾਅਦ ਮਾਈਨਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਕੁਆਇਰ ਬ੍ਰੈਕਟ ਪਊਗੀ, ਇਹਦੇ ਵਿੱਚ -5/4 ਤੇ ਉਹਦੇ ਵਿੱਚੋਂ ਮਾਈਨਸ ਕੀਤਾ ਜਾਊਗਾ 3/8 ਨੂੰ। ਇਹ ਸਾਰਾ ਸਿਸਟਮ ਬ੍ਰੈਕਟ 'ਚ ਹੋਊਗਾ। ਤਾਂ ਖੱਬਾ ਪਾਸਾ ਆਪਾਂ ਪਹਿਲਾਂ ਹੱਲ ਕਰ ਲੈਂਦੇ ਹਾਂ। ਖੱਬੇ ਪਾਸੇ ਇੱਥੇ ਤੁਹਾਡੇ ਕੋਲ ਜੋ ਆਹ ਵਾਲੀ ਮਾਈਨਸ ਤੇ ਆਹ ਵਾਲੀ ਮਾਈਨਸ ਹੈ, ਇਸ ਤੋਂ ਤੁਹਾਡੇ ਕੋਲ ਨੈਕਸਟ ਸਟੈਪ ਦੇ ਵਿੱਚ ਬਣ ਜਾਣਾ ਹੁੰਦਾ ਪਲੱਸ, ਬ੍ਰੈਕਟ ਖੁੱਲ੍ਹਣ ਤੋਂ ਬਾਅਦ ਤਾਂ ਇਹ ਬਣ ਜਾਊਗਾ 5/4, ਬ੍ਰੈਕਟ ਬੰਦ ਹੋ ਗਈ, ਮਾਈਨਸ ਦਾ 3/8। ਇੱਥੇ ਅਗਰ ਤੁਸੀਂ ਐਲਸੀਐਮ ਕੱਢ ਕੇ ਦੇਖਣਾ ਹੈਗਾ 2 ਦਾ ਤੇ 4 ਦਾ, ਤਾਂ ਬੜਾ ਆਸਾਨ ਹੈ। ਇਸ ਨੂੰ ਤੁਸੀਂ 2 ਦੇ ਪਹਾੜੇ ਦੇ ਉੱਤੇ ਲੈ ਕੇ ਜਾਓਗੇ, ਤੁਹਾਡੇ ਕੋਲ ਆ ਜਾਊਗਾ 1 ਤੇ 2, 2 ਗੁਣਨਖੰਡ ਆ ਗਏ 2 ਤੇ 2 ਦੇ, ਤੇ 2 ਦੂਣੀ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਹੁੰਦਾ ਜੀ 4 ਹੁੰਦਾ ਹੈਗਾ। ਹੁਣ ਇੱਥੇ 2 ਦੀ ਭਾਗ ਕੀਤੀ ਗਈ 4 ਦੇ ਨਾਲ ਤਾਂ 2 ਆ ਗਿਆ, 2 ਦੀ ਗੁਣਾ ਕੀਤੀ ਗਈ ਉੱਪਰ -1 ਦੇ ਨਾਲ ਤੁਹਾਡੇ ਕੋਲ ਆ ਗਿਆ -2, ਪਲੱਸ ਦਾ ਨਿਸ਼ਾਨ ਆ ਗਿਆ। ਫਿਰ 4 ਦੀ ਭਾਗ ਕੀਤੀ 4 ਨਾਲ 1 ਆ ਗਿਆ, 1 ਦੀ ਗੁਣਾ ਕੀਤੀ 5 ਨਾਲ ਤਾਂ ਤੁਹਾਡੇ ਕੋਲ 5 ਆ ਗਿਆ। ਇਹ ਸਾਰਾ ਬ੍ਰੈਕਟ ਦੇ ਵਿੱਚ ਸੀਗਾ। ਮਾਈਨਸ ਤੁਹਾਡੇ ਕੋਲ ਅਗੇਨ ਚੱਲੀ ਜਾਂਦਾ ਜੀ 3/8। ਇਸ ਤੋਂ ਬਾਅਦ 2 ਮਾਈਨਸ ਦਾ ਸੀ ਤੇ 5 ਪਲੱਸ ਦਾ ਸੀ, ਤੁਹਾਡੇ ਕੋਲ ਰਹਿ ਗਿਆ 3/4, ਮਾਈਨਸ ਤੁਹਾਡੇ ਕੋਲ ਚੱਲੀ ਜਾਂਦਾ ਸੀ 3/8। ਹੁਣ ਇੱਥੇ ਤੁਸੀਂ 4 ਤੇ 8 ਦਾ ਐਲਸੀਐਮ ਵੀ ਲੈ ਕੇ ਦੇਖ ਸਕਦੇ ਹੋਗੇ, ਕੋਈ ਔਖਾ ਨਹੀਂ ਹੈ। ਇਹਨੂੰ 2 ਨਾਲ ਭਾਗ ਕਰੋ, ਇੱਥੇ ਤੁਹਾਡੇ ਕੋਲ ਆ ਗਿਆ 2, ਇੱਥੇ ਆ ਗਿਆ 4, ਫਿਰ 2 ਤੇ ਕਰੋ, ਫਿਰ ਤੁਹਾਡੇ ਕੋਲ ਆ ਗਿਆ 1 ਤੇ 2।
ਤੁਹਾਡੇ ਕੋਲ 3 ਗੁਣਨਖੰਡ ਬਣ ਗਏ 2 2 ਤੇ 2 ਮਤਲਬ 2 दूनी 4 ਤੇ 4 दूनी 8 ਤਾਂ ਤੁਹਾਡਾ ਇੱਥੇ ਐਲਸੀਐਮ ਹੈ ਜੋ ਬਣੂਗਾ ਨੈਕਸਟ ਸਟੈਪ ਦੇ ਵਿੱਚ ਉਹ ਬਣੂਗਾ 8 ਤਾਂ 4 ਦੀ ਭਾਗ ਕੀਤੀ 8 ਦੇ ਨਾਲ 2 ਆ ਗਿਆ 2 ਨੂੰ 3 ਨਾਲ ਗੁਣਾ ਕੀਤੀ 2 ਤੀਏ 6 ਅੱਗੇ ਤੁਹਾਡੇ ਕੋਲ ਨਿਸ਼ਾਨ ਇੱਥੇ ਮਾਈਨਸ ਦਾ ਆ ਰਿਹਾ ਤਾਂ ਮਾਈਨਸ ਫਿਰ 8 ਦੀ ਭਾਗ ਕੀਤੀ 8 ਦੇ ਨਾਲ 1 ਆ ਗਿਆ 1 ਦੀ ਗੁਣਾ ਕੀਤੀ 3 ਦੇ ਨਾਲ ਤਾਂ 3 ਆ ਗਿਆ ਤਾਂ 6 ਦੇ ਵਿੱਚੋਂ 3 ਕੱਢੇ 3 ਤੁਹਾਡਾ ਆਨਸਰ ਆ ਜਾਊਗਾ 3/8 ਇਹ ਤੁਹਾਡਾ ਆਨਸਰ ਹੈ ਜੀ ਖੱਬੇ ਪਾਸੇ ਦਾ। ਇਸ ਤੋਂ ਬਾਅਦ ਆਪਾਂ ਸੱਜਾ ਪਾਸਾ ਵੀ ਕਰ ਲੈਂਦੇ ਹੈਗੇ ਤਾਂ ਸੱਜੇ ਪਾਸੇ ਤੁਹਾਨੂੰ ਫਿਰ 4 ਤੇ 8 ਦਾ ਐਲਸੀਐਮ ਕੱਢਣਾ ਪਊਗਾ ਇਹ ਆਪਾਂ ਹੁਣੇ ਕੀਤਾ ਕਿ 8 ਆਊਗਾ ਇਸ ਕਰਕੇ ਤੁਸੀਂ -1/2 ਨੂੰ ਐਂ ਲਗਾ ਸਕਦੇ ਹੋ ਤੇ ਬ੍ਰੈਕਟ ਦੇ ਵਿੱਚ ਤੁਸੀਂ ਐਲਸੀਐਮ ਲਗਾਓਗੇ 8। ਹੁਣ ਇਸ ਤੋਂ ਬਾਅਦ 4 ਨੂੰ 8 ਨਾਲ ਭਾਗ ਕੀਤੀ 2 ਆ ਗਿਆ 2 ਦੀ ਗੁਣਾ ਕੀਤੀ ਉੱਪਰ -5 ਨਾਲ -10 ਅੱਗੇ ਫਿਰ ਮਾਈਨਸ ਆ ਰਹੀ ਹੈ ਤੁਹਾਡੇ ਕੋਲ ਇੱਥੇ ਵਿਚਾਲੇ ਫਿਰ ਤੁਸੀਂ 8 ਦੀ ਭਾਗ ਕੀਤੀ 8 ਨਾਲ 1 ਆ ਗਿਆ 1 ਦੀ ਗੁਣਾ ਕੀਤੀ 3 ਦੇ ਨਾਲ ਤਾਂ 3 ਆ ਗਿਆ। ਅਗਲੇ ਸਟੈਪ ਦੇ ਵਿੱਚ ਦੇਖੋ ਤੁਸੀਂ -1/2 ਉਸੇ ਤਰ੍ਹਾਂ ਨਾਲ ਹੀ ਉਤਾਰ ਲਿਆ ਫਿਰ ਲੱਗੀ ਮਾਈਨਸ ਉਸ ਤੋਂ ਬਾਅਦ ਬ੍ਰੈਕਟ ਦੇ ਵਿੱਚ -10 ਸੀ ਤੇ -3 ਸੀ ਇਹ ਬਣ ਗਿਆ -13/8। ਹੁਣ ਆਹ ਵਾਲੀ ਮਾਈਨਸ ਤੇ ਆਹ ਵਾਲੀ ਮਾਈਨਸ ਇਹਨਾਂ ਨੂੰ ਬ੍ਰੈਕਟ ਖੁੱਲਣ ਤੋਂ ਬਾਅਦ ਪਲੱਸ ਹੋ ਜਾਊਗਾ ਇਹ ਇਸ ਕਰਕੇ -1/2 ਫਿਰ ਪਲੱਸ ਫਿਰ 13/8। ਹੁਣ ਤੁਸੀਂ 2 ਦਾ ਤੇ 8 ਦਾ ਇੱਥੇ ਐਲਸੀਐਮ ਲੈ ਲੈਣਾ 2 ਤੇ 8 ਦਾ ਐਲਸੀਐਮ ਵੀ 8 ਹੀ ਆਊਗਾ ਆਪਾਂ ਦੇਖ ਲੈਂਦੇ ਹਾਂ 2 ਦੇ ਪਹਾੜੇ ਤੇ ਕਰਕੇ ਇੱਥੇ ਆ ਗਿਆ 1 ਇੱਥੇ ਆ ਗਿਆ 4 ਇਸ ਦਾ ਗੁਣਨਖੰਡ ਬਣ ਗਿਆ 2 ਤੇ 4 ਤੇ 2 ਗੁਣਾ 4 ਅਗਰ ਕਰਾਂਗੇ ਤਾਂ 8 ਹੀ ਆ ਜਾਊਗਾ। ਤਾਂ ਅਗਲੇ ਸਟੈਪ ਦੇ ਵਿੱਚ ਤੁਸੀਂ ਐਲਸੀਐਮ 8 ਲਗਾ ਸਕਦੇ ਹੋ। ਹੁਣ 2 ਦੀ ਭਾਗ ਕੀਤੀ 8 ਨਾਲ 4 ਆ ਗਿਆ 4 ਦੀ ਗੁਣਾ ਕੀਤੀ -1 ਦੇ ਨਾਲ 4 ਆ ਗਿਆ ਮਾਈਨਸ ਦਾ ਪਲੱਸ 8 ਦੀ ਭਾਗ ਕੀਤੀ 8 ਨਾਲ 1 ਆ ਗਿਆ 1 ਦੀ ਗੁਣਾ ਕੀਤੀ 13 ਨਾਲ ਤਾਂ 13 ਆ ਗਿਆ। ਹੁਣ ਤੁਹਾਡੇ ਕੋਲ ਦੇਖੋ 13 ਪਲੱਸ ਦਾ 4 ਮਾਈਨਸ ਦਾ ਤੁਹਾਡੇ ਕੋਲ ਬਣ ਜਾਊਗਾ ਜੀ 9/8 ਤਾਂ ਇਹ ਪਾਸਾ ਹੈ ਸੱਜਾ ਪਾਸਾ ਤਾਂ ਸੱਜੇ ਪਾਸੇ ਤੁਹਾਡੇ ਕੋਲ ਬਣ ਗਿਆ 9/8 ਖੱਬੇ ਪਾਸੇ ਬਣਿਆ 3/8 ਤਾਂ ਇਹ ਵੀ ਪਾਸੇ ਬਰਾਬਰ ਨਹੀਂ ਹਨ ਤੇ ਸਹਿਚਾਰਤਾ ਇੱਥੇ ਲਾਗੂ ਨਹੀਂ ਹੋ ਸਕਦਾ। ਕੁਐਸਚਨ ਚੌਥੇ ਵਿੱਚ ਆਪਾਂ ਨੂੰ ਸਿਰਫ ਹੇਠ ਲਿਖਿਆ ਨੂੰ ਹੱਲ ਕਰਨ ਲਈ ਕਿਹਾ ਗਿਆ ਜਿਵੇਂ ਮਰਜ਼ੀ ਹੱਲ ਕੀਤਾ ਜਾਵੇ ਕੋਈ ਮਰਜ਼ੀ ਤਰੀਕਾ ਵਰਤਿਆ ਜਾਵੇ ਆਪਾਂ ਇੱਥੇ ਸਿਰਫ ਸਹੀ ਆਨਸਰ ਕੱਢਣਾ ਹੈ। ਤਾਂ ਪਹਿਲਾ ਕੁਐਸਚਨ ਕਰ ਲੈਂਦੇ ਆਪਾਂ ਹੱਲ ਇੱਥੇ ਪਹਿਲੇ ਦੇ ਵਿੱਚ ਆਪਾਂ 4 6 ਤੇ 8 ਤਿੰਨਾਂ ਦਾ ਐਲਸੀਐਮ ਲੈ ਲੈਂਦੇ ਆ ਤਾਂ ਕਿ ਆਪਣਾ ਜੋ ਸਵਾਲ ਕੱਢਣਾ ਹੈ ਉਹ ਥੋੜਾ ਜਿਹਾ ਆਸਾਨ ਹੋ ਜਾਊਗਾ। ਤਾਂ 4 6 ਤੇ 8 ਨੂੰ ਆਪਾਂ ਪਹਿਲਾਂ 2 ਦੇ ਪਹਾੜੇ ਤੇ ਲੈ ਕੇ ਜਾਂਦੇ ਹਾਂ ਇੱਥੇ ਤੁਹਾਡੇ ਕੋਲ ਆ ਜਾਊਗਾ ਜੀ 2 ਤੇ 3 दूनी 6 ਹੁੰਦਾ 3 ਆ ਗਿਆ 4 दूनी 8 ਹੁੰਦਾ 4 ਆ ਗਿਆ ਫਿਰ ਤੋਂ 2 ਦੇ ਪਹਾੜੇ ਤੇ ਲੈ ਕੇ ਜਾਓ ਇੱਥੇ ਆ ਜਾਊਗਾ 1 ਇੱਥੇ ਆ ਜਾਊਗਾ 3 ਜਾਂਦਾ ਨਹੀਂ 2 ਦੇ ਪਹਾੜੇ ਤੇ ਇੱਥੇ ਆ ਗਿਆ 2 4 ਗੁਣਨਖੰਡ ਬਣ ਗਏ 2 2 3 ਤੇ 2 ਜਦੋਂ ਤੁਸੀਂ ਇਹਨਾਂ ਨੂੰ ਗੁਣਾ ਕਰੋਗੇ 2 ਗੁਣਾ 2 ਗੁਣਾ 3 ਗੁਣਾ 2 ਤਾਂ ਦੇਖੋਗੇ ਕਿ 2 दूनी 4 4 ਤੀਏ 12 12 दूना 24 ਤੁਹਾਡੇ ਕੋਲ ਬਣ ਗਿਆ ਜੀ ਇਸ ਦਾ LCM। ਤਾਂ ਪਹਿਲੇ ਸਵਾਲ 'ਚ ਰਕਮ ਸੀ ਤੁਹਾਡੀ 3/4 5/6 ਤੇ -7/8 ਤਾਂ ਹੁਣ ਆਪਾਂ 24 ਨੂੰ ਵਰਤਾਂਗੇ ਇੱਥੇ LCM ਦੇ ਤੌਰ ਤੇ ਇੱਥੇ ਤੁਸੀਂ ਲਗਾ ਲਿਆ ਜੀ 24। ਹੁਣ 4 ਦੀ ਭਾਗ ਕੀਤੀ ਇੱਥੇ 24 ਦੇ ਨਾਲ ਤੁਹਾਡੇ ਕੋਲ ਆ ਗਿਆ 6 ਤੇ 6 ਦੀ ਗੁਣਾ ਹੋ ਜੂਗੀ 3 ਦੇ ਨਾਲ ਪਲੱਸ ਦਾ ਨਿਸ਼ਾਨ ਫਿਰ 6 ਦੀ ਭਾਗ ਕੀਤੀ 24 ਦੇ ਨਾਲ 4 ਆ ਗਿਆ 4 ਦੀ ਗੁਣਾ ਹੋ ਜੂ 5 ਦੇ ਨਾਲ 4 ਗੁਣਾ 5 ਫਿਰ ਮਾਈਨਸ ਦਾ ਨਿਸ਼ਾਨ ਫਿਰ 8 ਦੀ ਭਾਗ ਕੀਤੀ 24 ਦੇ ਨਾਲ ਤੁਹਾਡੇ ਕੋਲ ਆ ਗਿਆ 3 ਦੀ ਗੁਣਾ ਹੋ ਜਾਊਗੀ 7 ਦੇ ਨਾਲ। ਤਾਂ ਇੱਥੋਂ ਤੱਕ ਜੋ ਸਾਮਿਆ ਕਰਨਾ ਤੁਹਾਡਾ ਬਹੁਤ ਹੀ ਈਜ਼ੀ ਹੋ ਗਿਆ ਸੀ। ਅਗਲੇ ਸਟੈਪ ਦੇ ਵਿੱਚ ਦੇਖੋ 6 ਨੂੰ 3 ਨਾਲ ਗੁਣਾ ਕੀਤੀ 18 ਪਲੱਸ ਦਾ ਨਿਸ਼ਾਨ 4 ਦੀ 5 ਨਾਲ ਗੁਣਾ ਕੀਤੀ 20 ਮਾਈਨਸ ਦਾ ਨਿਸ਼ਾਨ 7 ਦੀ 3 ਨਾਲ ਗੁਣਾ ਕੀਤੀ 21 ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ ਆਲਰੇਡੀ 24। ਹੁਣ ਤੁਸੀਂ 18 ਤੇ 20 ਨੂੰ ਇੱਥੇ ਜੋੜ ਦਿਓ ਤੁਹਾਡੇ ਕੋਲ ਆ ਜਾਊਗਾ 38 ਦੇ ਵਿੱਚੋਂ ਮਾਈਨਸ ਹੋ ਰਿਹਾ 21 ਵਟੇ ਚੱਲੀ ਜਾਂਦਾ 24 ਤੇ ਜਦੋਂ ਤੁਸੀਂ 38 ਵਿੱਚੋਂ 21 ਨੂੰ ਮਾਈਨਸ ਕਰੋਗੇ ਤੁਹਾਡੇ ਕੋਲ ਆਨਸਰ ਬਣ ਜਾਊਗਾ 17/24 ਇਹ ਤੁਹਾਡਾ ਆਨਸਰ ਹੋ ਜਾਏਗਾ ਪਹਿਲੇ ਕੁਐਸਚਨ ਦਾ। ਦੂਜੇ ਸਵਾਲ ਵਿੱਚ ਤੁਹਾਨੂੰ 2 6 ਤੇ 8 ਦਾ ਐਲਸੀਐਮ ਲੈਣਾ ਪਊਗਾ ਤਾਂ ਪਹਿਲਾਂ ਆਪਾਂ ਸਭ ਤੋਂ ਐਲਸੀਐਮ ਹੀ ਬਣਾ ਲੈਣੇ ਹੈਗੇ ਤਾਂ ਆਪਣਾ ਸਵਾਲ ਆਸਾਨ ਹੋ ਜਾਊਗਾ। 2 ਦੇ ਪਹਾੜੇ ਤੇ ਇਸ ਨੂੰ ਲੈ ਕੇ ਗਏ ਇੱਥੇ ਤੁਹਾਡੇ ਕੋਲ ਆ ਜਾਊਗਾ 1 ਇੱਥੇ 3 ਇੱਥੇ 4 ਹੁਣ ਤੁਹਾਡੇ ਕੋਲ 3 ਗੁਣਨਖੰਡ ਬਣ ਗਏ 2 3 ਤੇ 4 ਦਾ ਤਾਂ 2 ਗੁਣਾ 3 ਯਾਨੀ ਕਿ 6 ਤੇ ਗੁਣਾ ਆ ਗਿਆ 4 6 ਚੌਕਾ ਤੁਹਾਡੇ ਕੋਲ 24 ਆ ਗਿਆ ਇਸ ਦਾ LCM। ਹੁਣ ਇਸ LCM ਨੂੰ ਵਰਤ ਕੇ ਆਪਾਂ ਸਵਾਲ ਨੂੰ ਹੱਲ ਕਰ ਲਵਾਂਗੇ ਤਾਂ ਤੁਹਾਡੇ ਕੋਲ ਵਟੇ ਲੱਗ ਗਿਆ 24 ਤਾਂ ਦੇਖੋ 2 ਦੀ ਆਪਾਂ ਭਾਗ ਕੀਤੀ 24 ਦੇ ਨਾਲ ਤੁਹਾਡੇ ਕੋਲ ਆ ਗਿਆ 12 ਤੇ 12 ਦੀ ਗੁਣਾ ਹੋ ਗਈ -11 ਦੇ ਨਾਲ ਤਾਂ 12 ਦੀ ਗੁਣਾ -11 ਦੇ ਨਾਲ ਹੋ ਗਈ ਫਿਰ ਤੁਹਾਡੇ ਕੋਲ ਪਲੱਸ ਦਾ ਨਿਸ਼ਾਨ ਹੈ ਪਲੱਸ ਲੱਗ ਗਿਆ। ਹੁਣ 6 ਦੀ ਭਾਗ ਕੀਤੀ ਤੁਸੀਂ 24 ਦੇ ਨਾਲ ਤੁਹਾਡੇ ਕੋਲ ਆ ਗਿਆ ਇੱਥੇ 4 ਦੀ ਗੁਣਾ ਹੋ ਜਾਊਗੀ ਉੱਪਰ ਦੇਖੋ 7 ਦੇ ਨਾਲ ਤਾਂ ਇੱਥੇ ਗੁਣਾ ਹੋ ਗਈ ਤੁਹਾਡੀ 7 ਦੇ ਨਾਲ ਫਿਰ ਮਾਈਨਸ ਦਾ ਨਿਸ਼ਾਨ ਹੈ ਫਿਰ 8 ਦੀ ਭਾਗ ਕੀਤੀ ਤੁਸੀਂ 24 ਦੇ ਨਾਲ ਤੁਹਾਡੇ ਕੋਲ ਆ ਗਿਆ 3 ਦੀ ਗੁਣਾ ਕਰੋਗੇ ਤੁਸੀਂ 5 ਦੇ ਨਾਲ ਤਾਂ 3 ਦੀ ਗੁਣਾ ਕਰੋਗੇ ਤੁਸੀਂ 5 ਦੇ ਨਾਲ ਤਾਂ 11 ਦੀ 12 ਨਾਲ ਗੁਣਾ ਕੀਤੀ ਤੁਹਾਡੇ ਕੋਲ ਆਨਸਰ ਆ ਜਾਊਗਾ 132 ਦੈਟ ਇਜ਼ ਮਾਈਨਸ ਦਾ 132 ਫਿਰ 7 ਨੂੰ 4 ਨਾਲ ਗੁਣਾ ਕੀਤੀ 7 ਚੌਕਾ 28 ਆ ਗਿਆ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ 3 ਦੀ 5 ਨਾਲ ਗੁਣਾ ਕੀਤੀ ਤੁਹਾਡੇ ਕੋਲ ਬਣ ਗਿਆ 15 ਅਗੇਨ ਮਾਈਨਸ ਦਾ ਬਟੇ ਤੁਹਾਡੇ ਕੋਲ ਚੱਲੀ ਜਾਂਦਾ
24। ਤਾਂ 132 ਤੇ 28 ਨੂੰ ਕਰ ਲਓ ਪਹਿਲਾਂ। 132 ਮਾਈਨਸ ਦਾ 28 ਪਲੱਸ ਦਾ, ਤੁਹਾਡੇ ਕੋਲ ਆਂਸਰ ਆ ਜਾਊਗਾ ਮਾਈਨਸ ਦਾ 104 ਮਾਈਨਸ ਦਾ 15 ਉਵੇਂ ਆ ਜਾਊਗਾ ਬਟਾ 24 ਵੀ ਉਸੇ ਤਰ੍ਹਾਂ ਨਾਲ ਆ ਜਾਊਗਾ। ਹੁਣ ਮਾਈਨਸ ਦਾ 104 ਹੈ ਤੇ ਮਾਈਨਸ ਦਾ 15 ਹੈ, ਤੁਹਾਡੇ ਕੋਲ ਬਣ ਜਾਊਗਾ ਮਾਈਨਸ ਦਾ 119 ਬਟਾ ਤੁਹਾਡੇ ਕੋਲ ਚੱਲੀ ਜਾਂਦਾ 24। ਇਹ ਆਨਸਰ ਹੋ ਜਾਊਗਾ ਤੁਹਾਡੇ ਦੂਜੇ ਕੁਐਸਚਨ ਦਾ। ਕੁਐਸਚਨ ਤੀਜੇ ਦੇ ਵਿੱਚ ਆਪਾਂ 5, 10 ਤੇ 15 ਦਾ ਐਲਸੀਐਮ ਕੱਢਣਾ ਹੈ। 5, 10 ਤੇ 15 ਦਾ 5 ਦੇ ਪਹਾੜੇ ਤੇ ਇਸ ਨੂੰ ਲੈ ਕੇ ਗਏ। ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਊਗਾ 1, ਫਿਰ ਆਊਗਾ 2, ਫਿਰ ਆਊਗਾ 3। ਤਾਂ ਹੁਣ ਤੁਸੀਂ ਦੇਖੋ 3 ਆਪਣੇ ਕੋਲ ਬਣ ਗਏ ਇੱਥੇ ਗੁਣਨਖੰਡ 5 ਗੁਣਾ 2 ਗੁਣਾ 3। ਤਾਂ 5 ਦੂਣੀ 10, 10 ਤੀਆ 30 ਤੁਹਾਡੇ ਕੋਲ ਆ ਗਿਆ ਇਸ ਦਾ ਐਲਸੀਐਮ। ਇਸੇ 30 ਨੂੰ ਆਪਾਂ ਵਰਤ ਕੇ ਹੁਣ ਇੱਥੇ ਸਵਾਲ ਨੂੰ ਹੱਲ ਕਰ ਲਵਾਂਗੇ। ਤੁਹਾਡੇ ਕੋਲ ਆ ਗਿਆ 30। 5 ਦੀ ਭਾਗ ਕੀਤੀ 30 ਨਾਲ, ਤੁਹਾਡੇ ਕੋਲ ਆ ਗਿਆ 6। 6 ਦੀ ਗੁਣਾ ਕਰ ਦਾਂਗੇ ਆਪਾਂ ਮਾਈਨਸ ਦੇ 4 ਦੇ ਨਾਲ। ਉਸ ਤੋਂ ਬਾਅਦ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ ਆ ਰਿਹਾ ਇਹ ਵਾਲਾ। ਫਿਰ 10 ਦੀ ਭਾਗ ਕੀਤੀ ਆਪਾਂ 30 ਦੇ ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕਰਤੀ ਮਾਈਨਸ ਦੇ 7 ਦੇ ਨਾਲ। ਤਾਂ 3 ਗੁਣਾ ਤੁਹਾਡੇ ਕੋਲ ਆ ਗਿਆ ਮਾਈਨਸ ਦਾ 7। ਫਿਰ ਤੁਹਾਡੇ ਕੋਲ 15। 15 ਦੀ ਭਾਗ ਕੀਤੀ ਤੁਸੀਂ 30 ਦੇ ਨਾਲ, ਤੁਹਾਡੇ ਕੋਲ ਆ ਗਿਆ 2। 2 ਦੀ ਗੁਣਾ ਕਰਤੀ ਮਾਈਨਸ ਦੇ 8 ਦੇ ਨਾਲ। ਇੱਥੇ ਗੁਣਾ ਹੋ ਜਾਊਗੀ। ਇੱਥੇ ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ -4 ਦੀ ਗੁਣਾ 6 ਨਾਲ ਕੀਤੀ ਤਾਂ ਮਾਈਨਸ ਦਾ 24 ਆ ਗਿਆ। ਇੱਥੇ ਤੁਹਾਡੇ ਕੋਲ ਇੱਕ ਮਾਈਨਸ ਪਹਿਲਾਂ ਹੀ ਆ ਰਹੀ ਹੈ ਆਹ ਵਾਲੀ, ਤੇ ਇੱਕ ਮਾਈਨਸ ਬ੍ਰੈਕਟ ਦੇ ਵਿੱਚ ਆ ਜੂਗੀ 7 ਤੀਆ 21 ਕਰਕੇ ਕੁਛ ਇਸ ਤਰ੍ਹਾਂ ਦੇ ਨਾਲ। ਹੁਣ -8 ਤੇ 2 ਦੀ ਗੁਣਾ ਕੀਤੀ ਤਾਂ ਮਾਈਨਸ ਦਾ 16 ਆ ਜਾਊਗਾ। ਇੱਥੇ ਤੁਹਾਡੇ ਕੋਲ ਨਿਸ਼ਾਨ ਪਲੱਸ ਦਾ ਸੀ ਤਾਂ ਇੱਥੇ ਨਿਸ਼ਾਨ ਪਲੱਸ ਦਾ ਹੀ ਰਹੂਗਾ। ਬਟ ਇਹ ਤੁਹਾਡੇ ਕੋਲ ਚੱਲੀ ਜਾਂਦਾ 30। ਹੁਣ ਅੱਗੇ ਹੱਲ ਕਰਨ ਤੋਂ ਪਹਿਲਾਂ ਆਪਾਂ ਨੂੰ 2 ਬ੍ਰੈਕਟਸ ਆਹ ਵਾਲੀ ਤੇ ਆਹ ਵਾਲੀਆਂ ਓਪਨ ਕਰਨੀਆਂ ਪੈਣਗੀਆਂ। ਹੁਣ ਇੱਥੇ ਬ੍ਰੈਕਟ ਓਪਨ ਕੀਤੀ ਤਾਂ ਦੇਖੋ ਮਾਈਨਸ ਤੇ ਮਾਈਨਸ ਪਲੱਸ ਹੋ ਜਾਊਗਾ। ਤਾਂ ਮਾਈਨਸ ਦਾ 24 ਫਿਰ ਪਲੱਸ ਫਿਰ 21, ਆਹ ਮਾਈਨਸ ਤੇ ਆਹ ਪਲੱਸ ਕਰਕੇ ਤੁਹਾਡੇ ਕੋਲ ਮਾਈਨਸ ਬਣ ਜੂਗੀ ਤਾਂ ਆ ਗਿਆ 16। ਬਟ ਇਹ ਤੁਹਾਡੇ ਕੋਲ ਚੱਲੀ ਜਾਂਦਾ 30। ਹੁਣ ਪਹਿਲਾਂ ਇਸ ਨੂੰ ਹੱਲ ਕਰ ਲਓ। ਪਲੱਸ ਦਾ 21 ਹੈ, ਮਾਈਨਸ ਦਾ 24 ਹੈ, ਤਾਂ ਤੁਹਾਡੇ ਕੋਲ ਬਣ ਗਿਆ ਮਾਈਨਸ ਦਾ 3 ਨਾਲ ਚੱਲੀ ਜਾਂਦਾ ਮਾਈਨਸ ਦਾ 16 ਬਟੇ ਚੱਲੀ ਜਾਂਦਾ 30। ਤਾਂ ਅੱਗੇ ਇਸ ਨੂੰ ਹੱਲ ਕਰਾਂਗੇ ਤਾਂ ਮਾਈਨਸ ਦਾ ਬਣ ਜਾਊਗਾ 19 ਬਟਾ ਤੁਹਾਡੇ ਕੋਲ ਆ ਜਾਊਗਾ 30। ਤਾਂ ਇਹ -19 ਬਟਾ 30 ਆਂਸਰ ਆ ਰਿਹਾ ਹੈਗਾ ਤੀਸਰੇ ਕੁਐਸਚਨ ਦਾ। ਇਸੇ ਤਰ੍ਹਾਂ ਨਾਲ ਆਪਾਂ ਚੌਥਾ ਕੁਐਸਚਨ ਕਰਾਂਗੇ। ਤਾਂ ਚੌਥੇ ਕੁਐਸਚਨ ਦੇ ਵਿੱਚ ਆਪਣੇ ਕੋਲ ਇੱਕ ਤਾਂ ਆਹ ਵਾਲੀ ਬ੍ਰੈਕਟ ਲੱਗੀ ਹੋਈ ਹੈ, ਇੱਕ ਇਸ ਦੇ ਵਿੱਚ ਜੋ ਬ੍ਰੈਕਟ ਹੈ ਉਹਦੇ ਵਿੱਚ ਇੱਕ ਇੱਥੇ ਮਾਈਨਸ ਹੈ, ਇੱਕ ਇੱਥੇ ਮਾਈਨਸ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਹ ਵਾਲੀ ਜੋ ਬ੍ਰੈਕਟ ਹੈ ਇਹਨੂੰ ਖੋਲ੍ਹਣਾ ਪਊਗਾ। ਮਾਈਨਸ ਦਾ 2/5 ਮਾਈਨਸ, ਉਸ ਤੋਂ ਬਾਅਦ ਸਕੁਆਇਰ ਬ੍ਰੈਕਟ ਦੇ ਵਿੱਚ ਮਾਈਨਸ ਦਾ 3/10, ਫਿਰ ਮਾਈਨਸ ਤੁਹਾਡੇ ਕੋਲ ਪਲੱਸ ਬਣ ਗਈ। ਬ੍ਰੈਕਟ ਖੋਲ੍ਹਣ ਤੋਂ ਬਾਅਦ 4 ਆ ਗਿਆ ਤੁਹਾਡੇ ਕੋਲ ਇੱਥੇ 15। ਹੁਣ ਅਗਰ ਤੁਸੀਂ ਇੱਥੇ ਐਲਸੀਐਮ ਲਾਓਗੇ ਇਸ 10 ਤੇ ਇਸ 15 ਦੇ ਲਈ ਤਾਂ ਤੁਹਾਨੂੰ ਐਲਸੀਐਮ ਲੈਣਾ ਵੀ ਆਸਾਨ ਹੋ ਜਾਊਗਾ। 5 ਦੇ ਪਹਾੜੇ ਦੇ ਉੱਤੇ ਦੇਖੋ ਇੱਥੇ ਆ ਗਿਆ 5 ਦੂਣੀ 10 ਤੇ 5 ਤੀਏ 15। 3 ਗੁਣਨਖੰਡ ਬਣ ਗਏ 5, 2 ਤੇ 3 ਦਾ। ਤਾਂ ਹੁਣ ਤੁਸੀਂ ਇਹਨਾਂ ਜਦੋਂ ਤਿੰਨਾਂ ਨੂੰ ਗੁਣਾ ਕਰੋਗੇ ਤਾਂ ਦੇਖੋ 5 ਦੂਣੀ 10 ਤੇ 10 ਤੀਆ 30। ਤਾਂ ਇੱਥੇ ਮਾਈਨਸ ਦਾ 2/5 ਹੀ ਆ ਜਾਊਗਾ, ਮਾਈਨਸ ਆ ਜਾਊ। ਬ੍ਰੈਕਟ ਦੇ ਵਿੱਚ ਹੁਣ ਤੁਸੀਂ ਇੱਥੇ ਜਿਹੜਾ ਐਲਸੀਐਮ ਆਇਆ ਸੀ ਤੁਹਾਡਾ 30 ਉਹ ਵਰਤ ਲਓਗੇ ਤੁਸੀਂ ਐਲਸੀਐਮ ਵਾਸਤੇ। ਹੁਣ ਦੇਖੋ 10 ਦੀ ਤੁਸੀਂ ਭਾਗ ਕੀਤੀ 30 ਦੇ ਨਾਲ 3 ਆ ਗਿਆ। ਇਸ 3 ਦੀ ਗੁਣਾ ਹੋ ਜਾਊਗੀ ਉੱਪਰ ਵਾਲੇ ਮਾਈਨਸ ਦੇ 3 ਦੇ ਨਾਲ। ਵਿਚਾਲੇ ਨਿਸ਼ਾਨ ਆ ਗਿਆ ਤੁਹਾਡੇ ਕੋਲ ਪਲੱਸ ਦਾ, ਪਲੱਸ ਲਗਾ ਲਓ। 15 ਦੀ ਭਾਗ ਕੀਤੀ 30 ਨਾਲ ਆ ਗਿਆ 2 ਤੇ 2 ਦੀ ਗੁਣਾ ਹੋ ਜੂ ਤੁਹਾਡੀ ਉੱਪਰ ਵਾਲੇ 4 ਦੇ ਨਾਲ। ਅਗਲੇ ਸਟੈਪ ਤੇ ਚੱਲਦੇ ਹਾਂ ਆਪਾਂ। ਬਾਹਰ ਤੁਹਾਡੇ ਕੋਲ ਮਾਈਨਸ ਦਾ 2/5 ਐਂ ਹੀ ਪਿਆ ਹੈਗਾ। ਇਸ ਤੋਂ ਬਾਅਦ ਮਾਈਨਸ ਵੀ ਇਸ ਤਰ੍ਹਾਂ ਨਾਲ ਹੀ ਪਈ ਹੈ। ਹੁਣ ਤੁਸੀਂ ਬ੍ਰੈਕਟ ਦੇ ਵਿੱਚ ਦੇਖੋ ਕਿ ਮਾਈਨਸ ਦਾ 3 ਨਾਲ ਮਿਲ ਕੇ ਮਾਈਨਸ ਦਾ 9 ਬਣਾਊਗਾ, ਫਿਰ ਪਲੱਸ, ਫਿਰ 4 ਤੇ 2 ਦੀ ਗੁਣਾ ਹੋਈ ਤਾਂ 8 ਬਣੂਗਾ। ਬਟੇ ਤੁਹਾਡੇ ਕੋਲ ਚੱਲੀ ਜਾਂਦਾ 30। ਅਗਲੇ ਸਟੈਪ ਦੇ ਵਿੱਚ ਮਾਈਨਸ ਦਾ 2/5 ਉਸੇ ਤਰ੍ਹਾਂ ਨਾਲ ਆ ਜਾਊਗਾ, ਕੋਈ ਫਰਕ ਨਹੀਂ, ਫਿਰ ਮਾਈਨਸ ਲੱਗ ਜੂ। ਹੁਣ ਬ੍ਰੈਕਟ ਦੇ ਵਿੱਚ ਮਾਈਨਸ ਦਾ 9 ਹੈ ਤੇ ਪਲੱਸ ਦਾ 8 ਹੈ ਤਾਂ ਮਾਈਨਸ ਦਾ 1/30 ਰਹਿ ਜਾਊਗਾ। ਇੱਥੇ ਜਦੋਂ ਤੁਸੀਂ ਬ੍ਰੈਕਟ ਨੂੰ ਓਪਨ ਕਰੋਗੇ ਆਹ ਵਾਲੀ ਮਾਈਨਸ ਤੇ ਆਹ ਵਾਲੀ ਮਾਈਨਸ ਇਹ ਦੋਨੇ ਰਲ ਕੇ ਪਲੱਸ ਦਾ ਨਿਸ਼ਾਨ ਬਣਾ ਦੇਣਗੇ। ਤਾਂ -2/5 ਪਲੱਸ 1/30। ਹੁਣ ਇੱਥੇ ਤੁਸੀਂ ਐਲਸੀਐਮ ਲਾਓਗੇ 5 ਦਾ ਤੇ 30 ਦਾ, ਜੋ ਕਿ ਸ਼ਾਇਦ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ 30 ਆਊਗਾ, ਪਰ ਆਪਾਂ ਕਰ ਲੈਂਦੇ ਹਾਂ। 5 ਦੇ ਪਹਾੜੇ ਤੇ ਕੀਤਾ ਤਾਂ ਇੱਥੇ 1 ਤੇ 1 6 ਤੇ 6 ਤੇ 5 2 ਤੁਹਾਡੇ ਕੋਲ ਐਲਸੀਐਮ ਦੇ ਗੁਣਨਖੰਡ ਆ ਗਏ। 5 6 ਤੁਹਾਡੇ ਕੋਲ ਆਂਸਰ ਆ ਜਾਊਗਾ 30। ਇਸ ਕਰਕੇ ਐਲਸੀਐਮ ਹੈ ਜੋ ਉਹ ਤੁਹਾਡੇ ਕੋਲ 30 ਹੀ ਰਹੂਗਾ। ਇਹਨੂੰ ਆਪਾਂ ਲਿਖ ਲੈਣੇ ਇੱਥੇ। ਹੁਣ 5 ਦੀ ਭਾਗ ਕੀਤੀ ਤੁਸੀਂ 30 ਦੇ ਨਾਲ ਤਾਂ ਤੁਹਾਡੇ ਕੋਲ ਆ ਗਿਆ 6 ਦੀ ਗੁਣਾ ਕੀਤੀ -2 ਦੇ ਨਾਲ 6 ਦੂਣੀ 12 ਮਾਈਨਸ ਦਾ ਪਲੱਸ ਦਾ ਨਿਸ਼ਾਨ ਆ ਗਿਆ। 30 ਦੀ ਭਾਗ ਕੀਤੀ ਤੁਸੀਂ 30 ਨਾਲ 1 ਆ ਗਿਆ, 1 ਦੀ ਗੁਣਾ ਕੀਤੀ 1 ਨਾਲ ਤਾਂ ਫਿਰ 1 ਆ ਗਿਆ। ਹੁਣ ਤੁਹਾਡੇ ਕੋਲ 12 ਜਿਹੜਾ ਹੈ ਉਹ ਮਾਈਨਸ ਦਾ ਹੈ, 1 ਤੁਹਾਡੇ ਕੋਲ ਪਲੱਸ ਦਾ ਹੈ। ਇਹਨੂੰ ਰਲਾਓਗੇ ਤਾਂ ਮਾਈਨਸ ਦਾ 11 ਆ ਜੂ ਤੇ ਵਟੇ ਆ ਜੂਗਾ 30। ਇਹ ਜੋ ਤੁਹਾਡਾ ਆਂਸਰ ਹੈ ਚੌਥੇ ਕੁਐਸਚਨ ਦਾ ਆ ਜੂਗਾ -11/30। ਪੰਜਵਾਂ ਦੇ ਲਾਸਟ ਕੁਐਸਚਨ ਕਰਨ ਜਾ ਰਹੇ ਹਾਂ ਆਪਾਂ। ਇਹਨੂੰ ਆਪਾਂ ਥੋੜਾ ਜਿਹਾ ਸੁਧਾਰ ਕੇ ਅਗਰ ਲਿਖ ਲਈਏ ਤਾਂ ਤੁਹਾਡੇ ਕੋਲ ਬਣ ਜੂਗਾ 3/8। ਅੱਗੇ ਤੁਹਾਡੇ ਕੋਲ ਇੱਥੇ 1 ਮਾਈਨਸ ਅੰਦਰ ਹੈ ਤੇ 1 ਮਾਈਨਸ ਬਾਹਰ ਹੈ, ਇਹ ਤੁਹਾਡੇ ਕੋਲ ਮਿਲ ਕੇ ਬਣ ਜਾਣਗੀਆਂ +2/9। ਅੱਗੇ ਤੁਹਾਡੇ ਕੋਲ ਇਹ ਵਾਲੀ ਜੋ ਮਾਈਨਸ ਹੈ
ਇਹ ਮਾਈਨਸ ਨੂੰ ਤੁਸੀਂ ਉੱਤੇ ਵੀ ਲੈ ਕੇ ਜਾ ਸਕਦੇ ਹੋ। ਤੁਹਾਨੂੰ ਸ਼ਾਇਦ ਪਤਾ ਹੀ ਹੋਊ ਕਿ ਮੰਨ ਲਓ ਤੁਹਾਡੇ ਕੋਲ ਮਾਈਨਸ ਦਾ ਕੋਈ 3/4 ਹੈ, ਇਹਨੂੰ ਤੁਸੀਂ ਐਂ ਵੀ ਲਿਖ ਸਕਦੇ ਹੋ ਕਿ 3/-4 ਮਾਈਨਸ ਇੱਕ ਉੱਪਰ ਹੋਵੇ ਜਾਂ ਥੱਲੇ ਹੋਵੇ ਕੋਈ ਫਰਕ ਨਹੀਂ ਪੈਂਦਾ। ਤਾਂ ਮੰਨ ਲਓ ਕਿ ਆਹ ਮਾਈਨਸ ਜਿਹੜੀ ਤੁਹਾਡੀ ਉੱਪਰ ਹੀ ਲੱਗੀ ਹੋਈ ਹੈ ਤੇ ਮਾਈਨਸ ਤੇ ਪਲੱਸ ਦੇ ਨਾਲ ਤੁਹਾਨੂੰ ਮਿਲ ਕੇ ਬਣ ਜਾਊਗਾ ਮਾਈਨਸ ਅਗਲੇ ਸਟੈਪ ਦੇ ਵਿੱਚ ਜਦੋਂ ਤੁਸੀਂ ਬ੍ਰੈਕਟ ਨੂੰ ਖੋਲਤਾ। ਹੁਣ ਇੱਥੇ ਤੁਸੀਂ 8, 9 ਤੇ 36 ਇਹਨਾਂ ਤਿੰਨਾਂ ਦਾ ਕੱਢਣਾ ਹੈਗਾ LCM। ਇਹ ਆਪਾਂ ਹੁਣ ਦੇਖ ਲੈਂਦੇ ਹਾਂ ਕਿ ਕਿੰਨਾ ਆਉਂਦਾ ਹੈਗਾ। ਇਸ ਨੂੰ ਆਪਾਂ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਹਾਂਗੇ 3 ਦੇ ਪਹਾੜੇ ਦੇ ਉੱਤੇ। 3 ਦੇ ਪਹਾੜੇ ਦੇ ਉੱਤੇ ਲੈ ਕੇ ਗਏ ਤਾਂ ਇੱਥੇ ਤੁਹਾਡੇ ਕੋਲ ਰਹਿ ਗਿਆ 8, 12। ਫਿਰ ਤੋਂ 3 ਦੇ ਪਹਾੜੇ ਤੇ ਲੈ ਕੇ ਜਾਂਦੇ ਹੈਗੇ, ਤੁਹਾਡੇ ਕੋਲ ਆ ਗਿਆ ਇੱਥੇ 8, ਇੱਥੇ ਰਹਿ ਗਿਆ 1, ਇੱਥੇ ਰਹਿ ਗਿਆ 4। ਹੁਣ ਚੱਲਦੇ ਹਾਂ 4 ਦੇ ਪਹਾੜੇ ਤੇ, ਇੱਥੇ ਰਹਿ ਗਿਆ 2, ਇੱਥੇ ਰਹਿ ਗਿਆ 1 ਤੇ ਇੱਥੇ ਰਹਿ ਗਿਆ 1। ਤਾਂ ਕੁੱਲ ਮਿਲਾ ਕੇ ਤੁਹਾਡੇ ਕੋਲ 4 ਗੁਣਨਖੰਡ ਬਣ ਗਏ। ਇਹ 4 ਗੁਣਨਖੰਡਾਂ ਦੀ ਆਪਾਂ ਗੁਣਾ ਕਰਾਂਗੇ ਤਾਂ LCM ਤੁਹਾਡੇ ਕੋਲ ਬਣ ਜਾਊਗਾ। ਤਾਂ ਇਹ ਬਣਿਆ 3 ਗੁਣਾ 3 ਗੁਣਾ 4 ਗੁਣਾ 2। ਤਾਂ 3 ਤੀਏ 9, 9 ਚੌਕਾ 36, 36 ਦੁਣਾ 72 ਜਿਹੜਾ ਹੈ ਤੁਹਾਡਾ LCM ਤਿਆਰ ਹੈ। ਇੱਥੇ ਇਹਨੂੰ ਆਪਾਂ ਹੁਣ ਸਮ ਦੇ ਵਿੱਚ ਵਰਤ ਲੈਂਦੇ ਹਾਂ। ਹੁਣ 8 ਦੀ ਭਾਗ ਕੀਤੀ ਤੁਸੀਂ 72 ਦੇ ਨਾਲ, ਤੁਹਾਡੇ ਕੋਲ ਆ ਗਿਆ 9। 9 ਦੀ ਗੁਣਾ ਹੋ ਜੂ ਤੁਹਾਡੀ ਉੱਪਰ ਵਾਲੇ 3 ਦੇ ਨਾਲ, ਅੱਗੇ ਨਿਸ਼ਾਨ ਪਲੱਸ ਦਾ ਆ ਗਿਆ। ਹੁਣ 9 ਦੀ ਭਾਗ ਕੀਤੀ ਤੁਸੀਂ 72 ਦੇ ਨਾਲ, ਤੁਹਾਡੇ ਕੋਲ ਆ ਗਿਆ 8 ਤੇ 8 ਦੀ ਗੁਣਾ ਹੋ ਜੂ ਤੁਹਾਡੀ ਉੱਪਰ ਵਾਲੇ 2 ਦੇ ਨਾਲ। ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਨਿਸ਼ਾਨ ਮਾਈਨਸ ਦਾ, ਫਿਰ ਆਇਆ 36। 36 ਦੀ ਭਾਗ ਕੀਤੀ ਤੁਸੀਂ 72 ਦੇ ਨਾਲ, ਤੁਹਾਡੇ ਕੋਲ ਆ ਗਿਆ 2 ਤੇ 2 ਦੀ ਗੁਣਾ ਹੋ ਜੂ ਉੱਪਰ ਵਾਲੇ 5 ਦੇ ਨਾਲ। ਤਾਂ ਇੱਥੋਂ ਤੱਕ ਜੋ ਤੁਹਾਡਾ ਸਵਾਲ ਹੈ ਉਹ LCM ਲੈਣ ਕਰਕੇ ਸੌਖਾ ਹੋ ਗਿਆ ਤੇ ਆਪਾਂ ਤਿੰਨੇ ਸੰਖਿਆਵਾਂ ਦੀ ਇਕੱਠੀ ਪਲੱਸ ਤੇ ਮਾਈਨਸ ਕਰ ਸਕਦੇ ਹਾਂ। ਹੁਣ ਤੁਸੀਂ ਬਟੇ ਲਗਾ ਲਓ 72 ਤੇ ਦੇਖੋ 9 ਨੂੰ 3 ਨਾਲ ਗੁਣਾ ਕੀਤੀ 9 ਤੀਆ 27 ਆ ਗਿਆ, ਪਲੱਸ 8 ਨੂੰ 2 ਨਾਲ ਗੁਣਾ ਕੀਤੀ 8 ਦੂਣੀ 16 ਆ ਗਿਆ ਤੇ 5 ਨੂੰ 2 ਨਾਲ ਗੁਣਾ ਕੀਤੀ ਤਾਂ ਤੁਹਾਡੇ ਕੋਲ ਆ ਗਿਆ 10। ਹੁਣ ਇਹਨੂੰ ਕਰਨਾ ਬੜਾ ਸੌਖਾ ਹੈਗਾ। 27 ਪਲੱਸ 16 ਵਿੱਚੋਂ 10 ਕੱਢੇ, ਮੰਨ ਲਓ ਤੁਹਾਡੇ ਕੋਲ ਪਹਿਲਾਂ ਕਰ ਲਿਆ ਆਪਾਂ ਤਾਂ 6 ਆ ਗਿਆ। ਹੁਣ 27 ਤੇ 6 ਨੂੰ ਤੁਸੀਂ ਪਲੱਸ ਕਰੋਗੇ, ਤੁਹਾਡੇ ਕੋਲ ਆ ਜਾਊਗਾ 33 ਤੇ ਵਟਾ ਤੁਹਾਡੇ ਕੋਲ ਚੱਲੀ ਜਾਂਦਾ 72। 33/72 ਤੁਹਾਡਾ ਆਨਸਰ ਆ ਗਿਆ। 5ਵੇਂ ਤੇ ਲਾਸਟ ਕੁਐਸਚਨ ਦਾ ਲੱਲਾ ਸੱਸਾ ਵਾਵਾ ਵਿਧੀ ਨੂੰ ਵੱਧ ਤੋਂ ਵੱਧ ਵਰਤਣ ਦੇ ਲਈ ਤੁਸੀਂ ਕੋਸ਼ਿਸ਼ ਕਰੋ। ਇਸ ਨਾਲ ਹੀ ਆਪਣੀ 1.2 ਐਕਸਰਸਾਈਜ਼ ਕੰਪਲੀਟ ਹੁੰਦੀ ਹੈ। ਉਮੀਦ ਹੈ ਤੁਹਾਨੂੰ ਸਾਰੇ ਸਵਾਲ ਚੰਗੀ ਤਰ੍ਹਾਂ ਨਾਲ ਸਮਝ ਆ ਗਏ ਹੋਣਗੇ। ਅੱਗੇ ਵਾਲੀਆਂ ਐਕਸਰਸਾਈਜ਼ਸ ਵੀ ਦੇਖਣ ਦੇ ਲਈ ਸਾਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰਨਾ। ਅਸੀਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ।